ਹੈਲੋ ਜੀ, ਤੁਹਾਡੇ ਰਾਣੀ ਮਹਲ ਫਿਰ ਮੈਂ ਤੁਹਾਡੇ ਨਾਲ ਇੱਕ ਵਾਰੀ ਰੂਬਰੂ ਹੋਣ ਲੱਗੀ ਹਾਂ। ਇਸ ਟਾਈਮ ਮੈਂ ਤੁਹਾਡੇ ਲਈ ਟੌਪਿਕ ਲੈ ਕੇ ਆਈ ਹਾਂ ਐਡਿਕਸ਼ਨ, ਜਾਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਡਰੱਗ। ਜਿਹੜੇ ਸਾਡੇ ਅੱਜ ਕੱਲ੍ਹ ਇੰਡੀਆ ਦੇ ਵਿੱਚ, ਅਸੀਂ ਪੰਜਾਬ ਜ਼ਿਆਦਾਤਰ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ 'ਤੇ ਮੰਦਭਾਗੀ ਦੇ ਨਾਲ ਬਹੁਤ ਜ਼ਿਆਦਾ ਫੈਲੀ ਹੋਈ ਹੈ। ਫੈਲੀ ਹੋਈ ਇਨ ਦਾ ਸੈਂਸ ਸਾਡੇ ਬੱਚੇ, ਅੱਜ ਦੀ ਯੰਗ ਜਨਰੇਸ਼ਨ ਬਹੁਤ ਜ਼ਿਆਦਾ ਇਹਦੇ ਵਿੱਚ ਡੁੱਬ ਚੁੱਕੀ ਹੈ, ਜਿਹੜੇ ਕਿ ਇੱਕ ਤਰ੍ਹਾਂ ਦਾ ਇੱਕ ਲੋਕਾਂ ਦਾ ਬਿਜ਼ਨਸ ਵੀ ਬਣ ਚੁੱਕਿਆ, ਜਿਹਨੂੰ ਮੈਂ ਪੰਜਾਬੀ ਦੇ ਵਿੱਚ ਕਹਾਂ। ਜਿਹੜੀ ਐਡਿਕਸ਼ਨ ਆ, ਐਡਿਕਸ਼ਨ ਨੂੰ ਅਜੇ ਤੱਕ ਸਾਡੀ ਇੰਡੀਅਨ ਗੌਰਮੈਂਟ ਕਹ ਲਓ ਜਾਂ ਪੰਜਾਬ ਗੌਰਮੈਂਟ ਉਹਨੂੰ ਪ੍ਰੋਪਰਲੀ ਅਵੇਅਰਨੈਸ ਨਹੀਂ ਦੇ ਸਕੀ ਹੈਗੀ। ਐਡਿਕਸ਼ਨ ਦੀਆਂ ਇੱਕ ਐਡਿਕਸ਼ਨ ਦੇ ਉੱਤੇ ਮੈਂ ਕੋਈ 10 ਐਪੀਸੋਡ ਕਰ ਸਕਦੀ ਹਾਂ, ਕਿਉਂਕਿ ਇਹ ਮੇਰਾ ਪਰਸਨਲੀ ਐਕਸਪੀਰੀਅੰਸ ਟੌਪਿਕ ਹੈਗਾ। ਇਹਦੇ ਵਿੱਚ ਸਾਡੇ ਬੱਚੇ, ਜਿਹੜੀ ਐਡਿਕਸ਼ਨ ਉਹਦੀ ਕੈਟਾਗਰੀਜ਼ ਨੇ। ਐਡਿਕਸ਼ਨ ਤਾਂ ਹਰ ਇੱਕ ਇਨਸਾਨ ਦੇ ਅੰਦਰ ਹੈ, ਜੇ ਤੁਸੀਂ ਸਹੀ ਮਾਇਨੇ 'ਚ ਸੋਚੋ। ਜਿਹੜੇ ਲੋਕ ਸਭ ਤੋਂ ਜ਼ਿਆਦਾ ਖਾਂਦੇ ਨੇ, ਜਿਹਨੂੰ ਇੰਗਲਿਸ਼ ਈਟਿੰਗ ਡਿਸਆਰਡਰ ਕਹਿੰਦੇ, ਉਹ ਵੀ ਇੱਕ ਐਡਿਕਸ਼ਨ ਹੁੰਦੀ ਹੈ, ਕਿਉਂਕਿ ਉਹ ਖਾਣ ਦੀ ਹੈ। ਅਸੀਂ ਉਹਨੂੰ ਇੰਨਾ ਬੁਰਾ ਨਹੀਂ ਮੰਨਦੇ, ਪਰ ਹੈ ਐਡਿਕਸ਼ਨ ਹੀ ਹੋਵੇ। ਕਿੰਨੇ ਲੋਕਾਂ ਨੂੰ ਹੁੰਦੀ ਹੈ, ਕੋਈ ਚੀਜ਼ ਕਲੈਕਟ ਕਰਦੇ ਜੋ ਕਹਿੰਦੇ ਮੇਰੀ ਕਲੈਕਟਿੰਗ ਆ, ਮੈਂ ਤੇ ਇਹਨੂੰ ਕਲੈਕਟ ਕਰ, ਉਹ ਵੀ ਇੱਕ ਐਡਿਕਸ਼ਨ ਹੀ ਹੁੰਦੀ ਹੈ, ਪਰ ਉਹਦੀ ਕੈਟਾਗਰੀਜ਼ ਨੇ। ਇੱਕ ਸ਼ੌਕ ਹੁੰਦਾ ਇੱਕ ਚੀਜ਼ ਦੇ ਪਿੱਛੇ ਪੈ ਕੇ ਉਹ ਤੋਂ ਬਿਨਾਂ ਰਹੇ, ਜੋ ਉਸ ਚੀਜ਼ ਦੇ ਅੱਗੇ ਉਹਦੇ ਪਿੱਛੇ ਦੌੜਨਾ, ਉਹ ਤੋਂ ਬਿਨਾਂ ਸਾਹ ਨਹੀਂ ਲੈਣਾ, ਜੋ ਉਸ ਚੀਜ਼ ਦੇ ਨਾਲ ਹੀ ਜੀਣਾ, ਉਹਨੂੰ ਐਡਿਕਸ਼ਨ ਕਿਹਾ ਜਾਂਦਾ। ਜਿਸ ਚੀਜ਼ ਦੇ ਨਾਲ ਕਰਕੇ ਅਸੀਂ ਮਤਲਬ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਅਸੀਂ ਕਿਸੇ ਚੀਜ਼ ਦੇ ਪਿੱਛੇ ਦੌੜਦੇ ਆ, ਤਾਂ ਉਹਨੂੰ ਐਡਿਕਸ਼ਨ ਕਿਹਾ ਜਾਂਦਾ। ਜਿਵੇਂ ਕਿੰਨੇ ਲੋਕਾਂ ਨੂੰ ਐਡਿਕਸ਼ਨ ਇੱਕ ਸਕਰੀਨ ਦੀ ਐਡਿਕਸ਼ਨ ਆ। ਉਹਨਾਂ ਨੇ ਸਕਰੀਨ ਤੋਂ ਬਿਨਾਂ ਨਹੀਂ ਰੁਕਣਾ, ਚਾਹੇ 20 ਟਾਈਮ ਆ 50 ਟਾਈਮ ਆ, ਉਹਨਾਂ ਨੇ ਸਕਰੀਨ ਖੋਲ੍ਹ ਕੇ ਦੇਖਣੀ ਹੈ। ਚਾਹੇ ਉਹਨਾਂ ਦਾ ਇੱਕ ਲੋਕ ਕੰਮ ਕਰਦੇ, ਉਹਨਾਂ ਨੇ ਸਕਰੀਨ 'ਤੇ ਕੰਮ ਕਰਨਾ ਹੀ ਕਰਨਾ, ਉਹ ਉਹਨਾਂ ਦੀ ਮਜਬੂਰੀ ਹੈ, ਜਾਂ ਉਹਨਾਂ ਦਾ ਕਿੱਤਾ, ਜਾਂ ਉਹਨਾਂ ਦਾ ਕੰਮ ਆ, ਉਹ ਕਰਨਾ ਹੀ ਕਰਨਾ। ਇੱਕ ਜਿਹੜੇ ਬੱਚਿਆਂ ਨੇ ਫ਼ੋਨ ਸਿਰਫ ਇਸ ਲਈ ਰੱਖੇ ਨੇ ਕਿ ਉਹਨਾਂ ਨੇ ਵੀਡੀਓ ਵਾਚ ਕਰਨੀਆਂ ਨੇ, ਉਹਨਾਂ ਨੇ ਮੈਸੇਜ ਦੇਖਣੇ ਨੇ, ਉਹਨਾਂ ਨੇ ਵਟਸਐਪ ਕਰਨੇ ਨੇ, ਜਾਂ ਉਹਨਾਂ ਦੇ ਉਹਨਾਂ ਦੇ ਵਿੱਚੋਂ ਉਹਨਾਂ ਬੱਚਿਆਂ ਤੋਂ ਕਦੀ ਇੱਕ ਵਾਰੀ ਫ਼ੋਨ ਲੈ ਕੇ ਰੱਖ ਕੇ ਦੇਖਿਓ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਉਹ ਕਿੰਨੇ ਐਡਿਕਟਡ ਨੇ ਉਹਦੇ ਲਈ। ਉਹ ਵੀ ਇੱਕ ਐਡਿਕਸ਼ਨ ਆ। ਲੇਕਿਨ ਅਸੀਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਕੀ ਕੀਤਾ ਹੋਇਆ, ਐਸੀ ਐਡਿਕਸ਼ਨ ਇੱਕੋ ਹੀ ਦਿੱਤੀ ਹੋਈ ਹੈ ਕਿ ਜਿਹੜੀ ਡਰੱਗ 'ਤੇ 100% ਮੈਂ ਸਹਿਮਤ ਹਾਂ ਇਹਦੇ ਨਾਲ। ਡਰੱਗ ਦੀ ਐਡਿਕਸ਼ਨ ਦੀ ਵੀ ਬਹੁਤ ਸਾਰੀਆਂ ਕੈਟਾਗਰੀਜ਼ ਨੇ। ਇੱਕ ਤਾਂ ਇਹਨੂੰ ਕਦੇ ਵੀ ਅਸੀਂ ਲੋਕਾਂ ਨੇ ਡੀਪਲੀ ਨਹੀਂ ਸੋਚਿਆ ਕਿ ਡਰੱਗ ਐਡਿਕਸ਼ਨ ਕਿਵੇਂ ਹੁੰਦੀ ਹੈ, ਕਿੰਨੇ ਤਰ੍ਹਾਂ ਦੀ ਆਉਂਦੀ ਹੈ, ਅਤੇ ਕਿਵੇਂ ਬੱਚਿਆਂ ਦੇ ਵਿੱਚ ਜਾਂਦੀ ਹੈ। ਕਿੰਨੀ ਵਾਰੀ ਇਹ ਐਡਿਕਸ਼ਨ ਜਿਹੜੀ ਹੈ ਬੱਚਿਆਂ ਦੇ ਵਿੱਚ ਨਹੀਂ ਹੈਗੀ, ਕਿੰਨੀ ਵਾਰੀ ਅਡਲਟ 'ਚ ਵੀ ਆ ਜਾਂਦੀ ਹੈ। ਐਡਿਕਸ਼ਨ ਦੇ ਇੱਕ ਜੈਨੇਟਿਕਲੀ ਹੁੰਦੀਆਂ ਨੇ, ਜਿਨ੍ਹਾਂ ਨੂੰ ਕਹਿ ਦਿੰਦਾ ਜੀ ਉਹਦਾ ਤਾਂ ਫਾਦਰ ਵੀ ਅਫੀਮ ਖਾਂਦਾ ਸੀ ਅਤੇ ਬੱਚਾ ਵੀ ਖਾ ਰਿਹਾ, ਪਰ ਅਸੀਂ ਉਹਨੂੰ ਕਦੇ ਸੀਰੀਅਸ ਨਹੀਂ ਲਿਆ ਹੈਗਾ। ਅਫੀਮ ਨੂੰ ਪਹਿਲੇ ਲੋਕਾਂ ਦੇ ਵਿੱਚ ਜਾਂ ਹੁਣ 'ਚ ਮੰਨਿਆ ਨਹੀਂ ਜਾਂਦਾ ਕਿ ਐਡਿਕਸ਼ਨ, ਬਟ ਉਹ ਓਪੀਆ ਦੀ ਐਡਿਕਸ਼ਨ ਆ। ਜਿਹੜੀ ਹੈਰੋਇਨ ਆ ਉਹ ਵੀ ਓਪੀਆ ਤੋਂ ਬਣਦੀ ਆ। ਜੇ ਉਹ ਹੈਰੋਇਨ ਬੱਚੇ ਪੀਂਦੇ ਨੇ, ਹੈਰੋਇਨ ਤੋਂ ਬਾਅਦ ਜਿਹਨੂੰ ਤੁਸੀਂ ਇੱਥੇ ਹੈਰੋਇਨ ਨੂੰ ਚਿੱਟਾ ਕਹਿੰਦੇ ਆ, ਅਤੇ ਪਰ ਉਹਦੇ ਵਿੱਚ ਸਿੰਥੈਟਿਕ ਡਰੱਗ ਬਹੁਤ ਆ ਰਹੀ ਹੈ, ਜਿਹੜੀ ਕਿ ਬੱਚਿਆਂ ਲਈ ਬਹੁਤ ਹੀ ਡੇਂਜਰਸ ਆ। ਅਤੇ ਫਿਰ ਇੱਕ ਭੰਗ ਜਿਹਨੂੰ ਕਹਿੰਦੇ ਮੈਰੋਵਾਨਾ ਦੀ ਵੀ ਐਡਿਕਸ਼ਨ ਆ। ਉਹਦੇ ਨਾਲ ਤਾਂ ਤੁਹਾਡੇ ਬ੍ਰੇਨ ਸੈੱਲ ਨੇ ਜਿਹੜੇ ਡੈਮੇਜ ਹੁੰਦੇ ਨੇ। ਉਹ ਤਾਂ ਇੱਕ ਡਰਿੰਕ ਨਾਲੋਂ ਵੀ ਗੰਦੀ ਐਡਿਕਸ਼ਨ ਆ, ਕਿਉਂਕਿ ਉਹਦੇ ਵਿੱਚ ਜ਼ਿਆਦਾ ਪੀਣ ਦੇ ਨਾਲ ਬੱਚਾ ਆਪਣੀ ਕੌਨਸ਼ੀਅਸ ਨੂੰ ਲੂਜ਼ ਕਰਦਾ ਕਿ ਇਹਨੂੰ ਪ੍ਰੋਪਰਲੀ ਜਿਵੇਂ ਵਨ ਵੇ ਡਾਇਰੈਕਸ਼ਨ ਦੇ ਵਿੱਚ ਉਹ ਸਾਰੇ ਕੰਮ ਕਰਦਾ। ਅਤੇ ਇਸੇ ਤਰ੍ਹਾਂ ਪਰ ਜੇ ਇਹਨੂੰ ਡੀਪਲੀ ਦੇਖਿਆ ਜਾਵੇ, ਐਡਿਕਸ਼ਨ ਹੈ ਕੀ ਚੀਜ਼ ਹੈ, ਕਿੱਥੋਂ ਆਉਂਦੀ ਹੈ, ਕਿਉਂ ਆਉਂਦੀ ਹੈ, ਕਿਵੇਂ ਸ਼ੁਰੂ ਹੁੰਦੀ ਹੈ, ਇਹਦੀ ਕੈਟਾਗਰੀ ਰਾਈਜ਼। ਸਾਡੇ ਤਾਂ ਗੌਰਮੈਂਟ ਨੇ ਅਜੇ ਤੱਕ ਇਹਨੂੰ ਪ੍ਰੋਪਰਲੀ ਐਜੂਕੇਟ ਹੀ ਨਹੀਂ ਕੀਤਾ। ਗੌਰਮੈਂਟ ਨੂੰ ਕੀ ਕਹਿਣਾ, ਪ੍ਰਾਈਵੇਟ ਸੈਕਟਰ ਨੇ ਵੀ। ਸਾਡੇ ਜਿਹੜੇ ਰੀਹੈਬ ਨੇ ਉਹ ਵੀ ਇੱਕ ਦੁਕਾਨਦਾਰੀ ਬਣ ਕੇ ਰਹਿ ਗਏ ਨੇ। ਮੈਨੂੰ ਇੰਨਾ ਬੈਡ ਫੀਲ ਹੁੰਦਾ, ਇੰਨਾ ਸੈਡ ਫੀਲ ਹੁੰਦਾ ਇੰਟਰਨਲੀ, ਕਿ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਮਜਬੂਰ ਸਮਝਦੇ ਹਾਂ ਕਿ ਸਾਡੇ ਬੱਚਿਆਂ ਨੂੰ ਪ੍ਰੋਪਰ ਉਹਦੀ ਕਿਉਰ ਨਹੀਂ ਮਿਲਦੀ, ਸਾਡੇ ਬੱਚਿਆਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ। ਉਹ ਇੱਕ ਇਹੋ ਜਿਹੀ ਦਲਦਲ ਦੇ ਵਿੱਚ ਫਸ ਗਏ ਨੇ ਕਿ ਉਹਦੇ ਵਿੱਚੋਂ ਨਿਕਲਣਾ, ਉਹਨਾਂ ਨੂੰ ਕੋਈ ਹੱਥ ਫੜਾਉਣ ਵਾਲਾ ਹੀ ਨਹੀਂ। ਜੋ ਨਿਕਲਣਾ ਵੀ ਚਾਹੁੰਦੇ ਨੇ, ਉਹਨਾਂ ਦੇ ਕੋਲ ਕੋਈ ਪ੍ਰੋਪਰ ਚੈਨਲ ਨਹੀਂ ਕਿ ਜਿਹਦੇ ਵਿੱਚ ਬਾਹਰ ਆ ਸਕਣ। ਜੋ ਬਾਹਰ ਆਉਣਾ ਵੀ ਚਾਹੁੰਦੇ ਨੇ, ਕਿਉਂਕਿ ਐਡਿਕਸ਼ਨ ਇੱਕ, ਜਿਵੇਂ ਹੁਣ ਸੈਂਟਰ ਬਣਾਏ ਨੇ 30 ਡੇਜ਼ ਲਈ ਅਸੀਂ ਪਾ ਦਿੱਤਾ ਜੀ, 60 ਡੇਜ਼ ਲਈ ਪਾ ਦਿੱਤਾ। ਇੱਕ ਬੱਚਾ ਇੱਕ ਡਰੱਗ ਲੈ ਰਿਹਾ, ਡਰੱਗ ਦੇ ਨਾਲ ਟੋਟਲੀ ਉਹਦੀ ਬੋਡੀ ਇਮਿਊਨ ਕਰ ਚੁੱਕੀ ਹੈ। ਟੋਟਲੀ ਮੀਨਸ ਇਮਿਊਨ ਬ੍ਰੇਨ ਸਿਗਨਲ ਤੁਹਾਡਾ ਡਰੱਗ ਦੇ ਨਾਲ ਚੱਲ ਰਿਹਾ, ਅਤੇ ਉਹਨੂੰ ਤੁਸੀਂ 60 ਜਾਂ 30 ਡੇਜ਼ 'ਚ ਕਿਵੇਂ ਵਿਡਰੋ ਕਰ ਲਓਗੇ? ਫਿਰ ਸਾਡੇ ਇੱਥੇ ਵਿਡਰੋ ਸਿਸਟਮ ਹੈ ਨਹੀਂ ਕੋਈ ਵੀ। ਮੈਨੂੰ ਤਾਂ ਹੁਣ ਤੱਕ ਤੇ ਅਜੇ ਤੱਕ ਇਹ ਨਹੀਂ ਸਮਝ ਆਈ ਕਿ ਇੰਡੀਆ ਦੇ ਵਿੱਚ ਜਿਹੜੇ ਰੀਹੈਬ ਚੱਲਦੇ ਨੇ ਕਿ ਉਹ ਪਾਰਟੀਸ਼ਨ ਕਰਦੇ ਨੇ
ਜਿਹੜੇ ਅਲਕੋਹਲਿਕ ਐਡਿਕਸ਼ਨ ਆ ਤੇ ਓਪੀਅਡ ਐਡਿਕਸ਼ਨ ਆ ਤੇ ਇੱਕ ਮੈਡੀਕੇਸ਼ਨ ਦੀ ਐਡਿਕਸ਼ਨ ਜਿਹਨੂੰ ਕਹਿੰਦੇ ਆਪਾਂ, ਜਿਹੜੇ ਕਿ ਡਾਕਟਰਸ ਪੇਨ ਕਿਲਰ ਦੇ ਕੇ ਜਿਹੜੇ ਲੋਕ, ਜਿਵੇਂ ਉਹਦੇ ਵਿੱਚ ਤਾਂ ਵੱਡੇ ਵੀ ਕਿੰਨੇ ਇਨਵੋਲਵ ਹੋਏ ਨੇ, ਜਿਵੇਂ ਕਿਸੇ ਦੀ ਬੈਕ ਦੁਖਦੀ ਹੈ, ਕਿਸੇ ਨੂੰ ਕੁਛ ਹੈ, ਉਹ ਸਵੇਰੇ ਗੋਲੀ ਖਾਏ ਵੀ ਨਹੀਂ ਉੱਠਦੇ, ਉਹ ਵੀ ਇੱਕ ਐਡਿਕਸ਼ਨ ਹੈ। ਕਿਉਂਕਿ ਜਿੰਨੀਆਂ ਪੇਨ ਕਿਲਰ ਨੇ ਉਹਦੇ ਵਿੱਚ ਓਪੀਆ ਹੁੰਦੀ, ਓਪੀਆ ਅਫੀਮ ਜਾਂ ਮੋਰਫਿਨ ਜਾਂ ਵਾਈਕਡਿਨ ਕੋਡਿਨ, ਇਹ ਜੋ ਵੀ ਪਾਈਆਂ ਜਾਂਦੀਆਂ ਨੇ, ਇਹਦੇ ਵਿੱਚ ਹਮੇਸ਼ਾ ਹੀ ਨਸ਼ਾ ਹੁੰਦਾ। ਉਹ ਨਸ਼ੇ ਕਿੰਨੇ ਲੋਕਾਂ ਨੇ ਤਾਂ ਉਹਦਾ ਅਲਟਰਨੇਟਿਵ ਵੀ ਬਣਾ ਲਿਆ ਹੋਇਆ, ਜਿਹਨੇ ਫੀਮ ਨਹੀਂ ਮਿਲਦੀ ਤੇ ਉਹ ਨਸ਼ੇ ਦੀਆਂ ਗੋਲੀਆਂ ਖਾ ਲੈਂਦਾ, ਜਿਹਨੂੰ ਇੱਥੇ ਨਸ਼ੇ ਦੀਆਂ ਗੋਲੀਆਂ ਕਹੀਆਂ ਜਾਂਦੀਆਂ ਨੇ। ਤੇ ਇੱਕ ਨੰਬਰ 2 ਤੇ ਇੱਥੇ ਡਰੱਗ ਕੰਟਰੋਲ ਨਹੀਂ। ਡਰੱਗ ਜਿਹੜਾ ਹੈਗਾ, ਡਰੱਗ ਤੁਸੀਂ ਜਿਵੇਂ ਨਸ਼ੇ ਦੀ ਦਵਾਈ ਨੂੰ ਨਾ ਕਹੋ, ਡਰੱਗ ਦਾ ਮਤਲਬ ਹੁੰਦਾ ਕੋਈ ਵੀ ਦਵਾਈ ਦਿੱਤੀ ਜਾਂਦੀ ਆ, ਉਹ ਦਵਾਈ ਕਿਸੇ ਨਾ ਕਿਸੇ ਕੰਬੀਨੇਸ਼ਨ ਤੋਂ ਬਣਦੀ ਆ, ਉਹਨੂੰ ਡਰੱਗ ਕਿਹਾ ਜਾਂਦਾ। ਉਹ ਡਰੱਗ ਕੈਂਸਰ ਦੀ ਵੀ ਹੋ ਸਕਦੀ ਹੈ, ਡਰੱਗ ਜਿਵੇਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਉਹਨੂੰ ਡਰੱਗ ਕਹਿੰਦੇ ਆ। ਡਰੱਗ ਜਿਹੜੀ ਤੁਸੀਂ ਆਪਾਂ ਇੱਕ ਨਸ਼ੇ ਦੀ ਚੀਜ਼ਾਂ ਨੂੰ ਕਹਿੰਦੇ ਹੋ, ਨਸ਼ੀਲੀਆਂ ਚੀਜ਼ਾਂ, ਉਹ ਡਰੱਗ ਡਿਫਰੈਂਟ ਹੈਗੀ ਆ। ਪਹਿਲੇ ਤਾਂ ਇਹਦੀ ਸੈਪਰੇਸ਼ਨ ਹੋਣਾ, ਸਮਝਾਉਣਾ, ਦੀ ਕੈਟਾਗਰੀਰਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਇੰਡੀਆ ਦੇ ਵਿੱਚ ਕੀ ਆ, ਕਿੰਨੀ ਵਾਰੀ ਬੱਚੇ ਜਿਹੜੇ ਪੜ੍ਹੇ ਲਿਖੇ ਨੇ ਉਹ ਕਨਫਿਊਜ਼ ਹੋ ਜਾਂਦੇ ਡਰੱਗ ਦੇ ਵਿੱਚ ਤੇ ਰੈਗੂਲਰ ਨਸ਼ੀਲੀਆਂ ਚੀਜ਼ਾਂ ਦੇ ਵਿੱਚ। ਤੇ ਚਲੋ ਇਹ ਤੇ ਇੱਕ ਸਾਈਡ ਟੌਪਿਕ ਹੈਗਾ। ਤੇ ਨੰਬਰ 2 ਤੇ ਜਿਹੜੇ ਸਾਡੇ ਬੱਚੇ ਨੇ ਹੁਣ, ਜਿਨ੍ਹਾਂ ਦੇ ਇੱਕ ਸਭ ਤੋਂ ਵੱਡੇ ਸਾਡੇ ਇੱਕ ਬਦਨਸੀਬੀ ਇਹ ਹੈ, ਜਿਹੜੇ ਸਾਡੇ ਪਿੰਡਾਂ ਦੇ ਬੱਚਿਆਂ ਦੀ ਮਾਈਗ੍ਰੇਸ਼ਨ, ਜਿੱਥੋਂ ਸਾਡੀ ਡਰੱਗ ਜ਼ਿਆਦਾ ਵਧੇ। ਨਹੀਂ ਤੇ ਪਿੰਡ ਤੇ ਸਾਡੇ ਇੰਨੇ ਸਾਫ ਸੁਥਰੇ ਸੀ ਕਿ ਮੈਨੂੰ ਨਹੀਂ ਲੱਗਦਾ ਉੱਥੇ ਦੁੱਧ ਘਿਓ ਤੇ ਕਬੱਡੀਆਂ ਖੇਡਣੀਆਂ ਜਾਂ ਬਾਹਰ ਇਹਨਾਂ ਨੇ ਆਪਣੇ ਫੀਲਡ ਦੇ ਵਿੱਚ ਕੋਈ ਖੇਡਾਂ ਖੇਡਣੀਆਂ ਜਾਂ ਕੰਮਕਾਜ ਕਰਨੇ, ਇਸ ਤੋਂ ਉੱਪਰ ਉਹਨਾਂ ਨੂੰ ਕੁਛ ਆਉਂਦਾ ਸੀ। ਜਿਹੜੀ ਸਾਡੇ ਪਿੰਡਾਂ ਤੇ ਸ਼ਹਿਰਾਂ ਦੀ ਮਾਈਗ੍ਰੇਸ਼ਨ ਹੋਈ ਹੈ ਨਾ, ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਜਨਰੇਸ਼ਨ ਗੁੰਮ ਕੇ ਰਹਿ ਗਈਆਂ ਨੇ। ਜਦੋਂ ਸਾਡੇ ਬੱਚਾ ਇੱਕ +2 ਕਰਕੇ, ਅਗੇਨ ਮੈਂ ਤੁਹਾਡੇ ਨਾਲ ਉੱਥੇ ਗੱਲ ਆਵਾਂਗੀ, ਜਿਹੜੇ ਬੱਚੇ ਸਾਡੇ +2 ਤੇ ਅੰਡਰ ਬ੍ਰੇਨ ਡਿਵੈਲਪਮੈਂਟ ਤੋਂ ਬਿਨਾਂ, +2 ਦੇ ਬੱਚੇ ਦੀ ਉਮਰ ਕਿੰਨੀ ਹੁੰਦੀ ਹੈ? 17-18 ਸਾਲ। ਹਾਰਡਲੀ 17-18 ਸਾਲ ਦੇ ਬੱਚੇ ਨੂੰ ਆਮ ਨਿੱਜੀ ਜ਼ਿੰਦਗੀ ਬਾਰੇ ਕਿੰਨਾ ਕੁ ਪਤਾ? ਇੱਕ ਸ਼ਹਿਰ ਦੇ ਵਿੱਚ, ਇੱਕ ਪਿੰਡ ਦੇ ਮਾਹੌਲ 'ਚੋਂ ਨਿਕਲ ਕੇ, ਪਿੰਡ ਦੇ ਸਕੂਲਾਂ ਦੇ ਵਿੱਚੋਂ ਦੀ ਪੜ੍ਹ ਕੇ, ਤੇ ਜਾਂ ਕਹਿ ਲਓ ਉੱਥੋਂ ਦੇ ਚੰਗੇ ਤੋਂ ਚੰਗਾ ਕਨਵੈਂਟ ਸਕੂਲ ਵੀ ਹੋਏਗਾ, ਪਰ ਉੱਥੋਂ ਦੇ ਅਰਾਊਂਡ ਦੇ ਬੱਚੇ ਜਾਣਗੇ ਉਸ ਸਕੂਲ ਦੇ, ਉਹਨਾਂ ਦਾ ਲਾਈਫ ਸਟਾਈਲ, ਗੱਲ ਕਰਨ ਦਾ ਤਰੀਕਾ, ਕੱਪੜੇ ਪਾਉਣ ਦਾ ਤਰੀਕਾ, ਉਹ ਐਟਮੋਸਫੇਅਰ ਦਾ ਹੋਏਗਾ। ਤੇ ਇੱਕਦਮ ਜਦੋਂ ਮਾਈਗ੍ਰੇਟ ਜਾਂ ਕੈਨੇਡਾ ਹੁੰਦੇ ਨੇ, ਜਾਂ ਜਾ ਕੇ ਚੰਡੀਗੜ੍ਹ ਵਰਗੀ ਸਿਟੀ ਦੇ ਵਿੱਚ, ਮੋਹਾਲੀ ਦੇ ਵਿੱਚ ਸਾਡੇ ਬੱਚੇ ਮਾਈਗ੍ਰੇਟ ਹੁੰਦੇ ਨੇ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਚਾਹੇ ਮੁੰਡੇ ਚਾਹੇ ਕੁੜੀਆਂ ਨੇ, ਪਰ ਇੱਕ ਨਾ ਇੱਕ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਇੱਕਦਮ ਜਾ ਕੇ ਚੇਂਜ ਕਰਦੇ ਆ ਜਦੋਂ ਮਾਈਗ੍ਰੇਸ਼ਨ ਹੁੰਦੇ। ਮਾਈਗ੍ਰੇਸ਼ਨ ਇੱਕ ਕੰਟਰੀ ਤੋਂ ਦੂਜੀ ਨਹੀਂ, ਮਾਈਗ੍ਰੇਸ਼ਨ ਦਾ ਕਿਤੋਂ ਵੀ ਹੋ ਸਕਦੀ। ਇੱਕ ਪਿੰਡ ਤੋਂ ਸਿਟੀ ਦੇ ਵਿੱਚ ਵੀ ਉਹਨੂੰ ਵੀ ਮਾਈਗ੍ਰੇਟ ਕਿਹਾ, ਇੱਕ ਜਗ੍ਹਾ ਤੋਂ ਉੱਠ ਕੇ ਤੁਸੀਂ ਦੂਜੀ ਜਗ੍ਹਾ 'ਤੇ ਜਾਂਦੇ ਹੋ, ਉਹਨੂੰ ਮਾਈਗ੍ਰੇਸ਼ਨ ਹੀ ਕਿਹਾ ਜਾਂਦਾ। ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਹੋ ਸ਼ਿਫਟ ਹੋ ਕੇ, ਪਰ ਉਹਦੇ ਨਾਲ ਅਸੀਂ ਕਿਤੇ ਨਾ ਕਿਤੇ ਆਪਣੇ ਐਟਮੋਸਫੇਅਰ ਦੇ ਵਿੱਚ ਜਿੰਦੇ ਇੱਕ ਨਵੇਂ ਐਟਮੋਸਫੇਅਰ ਦੇ ਵਿੱਚ ਪੈਰ ਰੱਖਦੇ ਹਾਂ, ਪਰ ਸਾਨੂੰ ਉਹਦੀ ਕੋਈ ਨੌਲੇਜ ਹੀ ਨਹੀਂ, ਨਾ ਨੌਲੇਜ ਦੇਣ ਵਾਲਾ ਕੋਈ। ਜਦੋਂ ਇੱਕ ਪਿੰਡ ਦਾ ਬੱਚਾ ਸ਼ਹਿਰ ਦੇ ਵਿੱਚ ਜਾਂਦਾ, ਪਹਿਲੀ ਗੱਲ ਤਾਂ ਉਹਦਾ ਬੈਠਣਾ, ਉੱਠਣਾ, ਖਾਣਾ ਪੀਣਾ ਤੇ ਗੱਲਬਾਤ ਕਰਨ ਦਾ ਤਰੀਕਾ ਨਹੀਂ ਉਹਨਾਂ ਬੱਚਿਆਂ ਨਾਲ ਰਲਦੇ। ਜਿਹੜੇ ਬੱਚੇ ਉੱਥੋਂ ਦੇ ਜੰਮਪਲ ਜੋ ਉੱਥੋਂ ਦੇ ਐਟਮੋਸਫੇਅਰ ਦੇ ਵਿੱਚ ਰਹਿੰਦੇ ਨੇ, ਉਹ ਕਾਲਜ ਦੇ ਵਿੱਚ ਜਾਂਦਾ, ਕਾਲਜ ਦੇ ਵਿੱਚ ਇੱਕ ਸੀਨੀਅਰ ਆਫਿਸਰ ਦਾ ਬੱਚਾ ਵੀ ਜਾ ਰਿਹਾ ਸੇਮ ਕਾਲਜ, ਕਿਉਂਕਿ ਕਨਵੈਂਟ ਐਜੂਕੇਸ਼ਨ ਤੋਂ ਬਾਅਦ ਜਾ ਕੇ ਸਾਰੇ ਬੱਚੇ ਜਿਹੜੇ ਹਾਇਰ ਐਜੂਕੇਸ਼ਨ, ਚਾਹੇ ਉਹ ਕਾਲਜ ਹੈ ਚਾਹੇ ਉਹ ਯੂਨੀਵਰਸਿਟੀ ਹੈ, ਉੱਥੇ ਹਰ ਇੱਕ ਦਾ ਬੱਚਾ ਉਸ ਇੱਕੋ ਕਲਾਸ 'ਚ ਜਾਏਗਾ। ਉੱਥੇ ਕੋਈ ਡਿਫਰੈਂਸ ਨਹੀਂ ਹੈ ਕਿ ਅਮੀਰ ਦਾ ਹੈ, ਗਰੀਬ ਦਾ, ਜਾਂ ਪਿੰਡ ਦਾ, ਜਾਂ ਸ਼ਹਿਰ ਦਾ, ਜਾਂ ਇਹ ਕਨਵੈਂਟ ਐਜੂਕੇਟਡ ਹੈ, ਜਾਂ ਇਹ ਇੱਕ ਪਿੰਡ ਦੇ ਸਕੂਲ ਤੋਂ ਆਇਆ। ਉਹ ਆਪਣੀ ਕੈਪੇਬਿਲਿਟੀ ਨਾਲ ਐਡਮਿਸ਼ਨ ਲੈ ਲੈਂਦਾ, ਪਰ ਉੱਥੇ ਜਾ ਕੇ ਕਿਤੇ ਨਾ ਕਿਤੇ ਸਾਡੇ ਪੇਰੈਂਟਸ ਨੇ ਜਿਹੜੇ ਕਿਤੇ ਜਾਂ ਖਰਚੇ ਉਹਨਾਂ ਨੇ ਬੱਚਿਆਂ ਨੇ ਅਨਨੈਸੈਸਰੀ ਵਧਾਏ ਹੁੰਦੇ ਨੇ, ਜਿਹੜੀਆਂ ਕਿ ਨੀਡ ਨਹੀਂ ਹੁੰਦੇ। ਪਹਿਲੀ ਗੱਲ ਤਾਂ ਜਾਂਦੇ ਆ ਉਹਨਾਂ ਨੂੰ ਲਾਈਫ ਸਟਾਈਲ ਦੇ ਵਿੱਚ ਚੇਂਜ ਹੋਣਾ ਪੈਂਦਾ, ਉੱਥੋਂ ਦੇ ਕੱਪੜੇ ਉਹਨਾਂ ਦੇ ਕੰਪੈਰੇਟਿਵ ਪਾਉਣੇ ਪੈਂਦੇ, ਕਿਉਂਕਿ ਫਿਰ ਉਹਨਾਂ ਦੇ ਕੰਪੈਰੇਟਿਵ ਖਾਣਾ ਪੀਣਾ ਵੀ ਆਪਣੇ ਆਪ ਦੇ ਵਿੱਚ ਟੇਸਟ ਬਦਲ ਲੈਂਦੇ ਨੇ ਬੱਚੇ। ਅਤੇ ਫਿਰ ਉਹਦੇ ਵਿੱਚ ਉਹਨਾਂ ਦਾ ਲੜਕੀਆਂ ਦਾ ਬਿਊਟੀ ਪਾਰਲਰ ਸ਼ੁਰੂ ਹੋ ਜਾਂਦਾ, ਲੜਕਿਆਂ ਦਾ ਵੀ ਹੇਅਰ ਸਟਾਈਲ ਦਾ, ਜੇ ਹੋਰ ਅਨਨੈਸੈਸਰੀ ਖਰਚੇ, ਜਿਵੇਂ ਇੱਕ ਲਿਵਿੰਗ ਸਟਾਈਲ ਕੰਪੀਟੀਸ਼ਨ 'ਚ ਆ ਜਾਂਦੇ ਨੇ। ਜੇ ਬੱਚੇ ਕੋਲ ਕਾਰ ਹੈ, ਮੇਰੇ ਕੋਲ ਵੀ ਹੋਣੀ ਚਾਹੀਦੀ ਹੈ। ਬੇਸ਼ੱਕ ਉਹ ਪੀਜੀ 'ਚ ਰਹਿੰਦੇ ਨੇ, ਪੀਜੀ 'ਚ ਰਹਿੰਦੇ ਵੀ ਅੱਗੇ ਜਾ ਕੇ ਬਾਹਰ ਜਾ ਕੇ ਕਾਲਜ 'ਚ ਇਹ ਪ੍ਰੂਵ ਕਰਦੇ ਆਪਣੇ ਆਪ ਨੂੰ ਕਿ ਆਈ ਬਿਲੋਂਗ ਟੂ ਇਨ ਬਿਗ ਫੈਮਿਲੀ, ਆਈ ਲਿਵ ਇਨ ਬਿਗ, ਉਹ ਬਬਲ 'ਚ ਰਹਿਣਾ ਸ਼ੁਰੂ ਕਰਦੇ। ਜਦੋਂ ਬਬਲ ਨੂੰ ਇੱਕ ਬਬਲ ਦੇ ਵਿੱਚ ਰਹਿੰਦੇ, ਜਦੋਂ ਉਸ ਬਬਲ ਨੂੰ ਅਫੋਰਡ ਕਰਨ ਦੀ ਟਰਾਈ ਕਰਦੇ ਨੇ, ਉੱਥੇ ਕਿਤੇ ਨਾ ਕਿਤੇ ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਉਹ ਕੋਈ ਰੋਂਗ ਸਟੈਪ ਲੈਂਦੇ ਨੇ। ਜਦੋਂ ਰੋਂਗ ਸਟੈਪ ਲੈਂਦੇ ਨੇ, ਰੋਂਗ ਸੁਸਾਇਟੀ 'ਚ ਜਾਂਦੇ ਨੇ, ਵਿਦਆਊਟ ਗਾਈਡੈਂਸ, ਵਿਦਆਊਟ ਅ ਨੌਲੇਜ,
ਵਿਦਆਊਟ ਅ ਬ੍ਰੇਨ ਡਿਵੈਲਪਮੈਂਟ ਉਹ ਕਿਤੇ ਨਾ ਕਿਤੇ ਸਲਿੱਪ ਹੋ ਜਾਂਦੇ ਨੇ। ਜਦੋਂ ਬੱਚੇ ਸਲਿੱਪ ਹੁੰਦੇ ਨੇ ਉਹਨਾਂ ਦੇ ਲਈ ਉਹ ਇੱਕ ਵਨ ਵੇ ਐਵੇਨਿਊ ਬਣ ਜਾਂਦਾ, ਮੁੜਨ ਦਾ ਰਸਤਾ ਨਹੀਂ ਹੁੰਦਾ ਕਿ ਉਹ ਵਾਪਸ ਕਿਵੇਂ ਆਉਣ। ਜਾਂ ਤਾਂ ਉਹ ਬਬਲ ਬ੍ਰੇਕ ਕਰਨ ਕਿ ਮੈਂ ਇਸ ਬਬਲ ਦੇ ਵਿੱਚੋਂ ਨਿਕਲਣਾ, ਜਾਂ ਉਹਨਾਂ ਨੂੰ ਇੰਨੀ ਜੀ ਸਪੋਰਟਿੰਗ ਪੇਰੈਂਟਸ ਹੋਣ ਜਿਹੜੇ ਕਹਿਣ ਇਟ ਇਜ਼ ਓਕੇ ਤੂੰ ਸਲਿੱਪ ਕਰ ਗਿਆ, ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਸ਼ੋਲਡਰ ਟੂ ਸ਼ੋਲਡਰ ਖੜਾ ਤੇ ਤੂੰ ਜਾਂ ਹੀ ਜਾਂ ਸ਼ੀ ਤੁਸੀਂ ਵਾਪਸ ਆ ਜਾਓ। ਉੱਥੇ ਸਾਡੇ ਪਿੰਡਾਂ ਦੇ ਬੱਚੇ ਜਾਂ ਕੁੜੀਆਂ ਮੁੰਡੇ ਜਿਹੜੇ ਵੀ ਆਉਂਦੇ ਨੇ, ਈਵਨ ਸ਼ਹਿਰਾਂ ਦੇ ਵਿੱਚ ਜਿਹੜੇ ਮਿਡਲ ਕਲਾਸ ਦੇ ਪੇਰੈਂਟਸ ਨੇ, ਜਦੋਂ ਉਹਨਾਂ ਦੇ ਬੱਚੇ ਯੂਨੀਵਰਸਿਟੀ ਜਾਂਦੇ ਦੂਜੇ ਬੱਚਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ, ਕਿਤੇ ਨਾ ਕਿਤੇ ਉਹਨਾਂ ਦੇ ਸਟੈਪ ਇਨ ਸਟੈਪ ਰੱਖਣਾ ਚਾਹੁੰਦੇ ਨੇ ਪਰ ਉਹ ਅਫੋਰਡ ਨਹੀਂ ਕਰ ਸਕਦੇ। ਉਹ ਚੀਜ਼ ਨੂੰ ਅਫੋਰਡ ਕਰਨ ਲਈ ਉਹ ਕਿਤੇ ਨਾ ਕਿਤੇ ਆਪਣੇ ਜਿਹੜੇ ਹੈਗੇ ਨੇ ਸਟੈਪਸ ਤੋਂ ਜਾਂ ਆਪਣੇ ਪੈਥ ਤੋਂ ਡਿਸਟਰੈਕਟ ਹੋ ਜਾਂਦੇ ਨੇ। ਜਦੋਂ ਡਿਸਟਰੈਕਸ਼ਨ ਹੁੰਦੀ, ਡਿਸਟਰੈਕਸ਼ਨ ਮੀਨਸ ਭੜਕ ਜਾਂਦੇ ਨੇ। ਸੌਰੀ ਮੈਨੂੰ ਕਿੰਨੀ ਵਾਰੀ ਇਹਦੇ ਵਿੱਚ ਸੈਂਟੈਂਸ ਨਹੀਂ ਮਿਲਦਾ ਤਾਂ ਮੈਂ ਕਹਿ ਦਿੰਦੀ, ਜਦੋਂ ਭੜਕਦੇ ਨੇ ਉਸ ਭੜਕਣ ਦੇ ਵੇਲੇ 'ਤੇ ਸਾਡੇ ਜਿਹੜੇ ਬੱਚੇ ਪੀਜੀ 'ਚ ਰਹਿੰਦੇ ਨੇ ਉਹਨਾਂ ਨੂੰ ਘਰੇ ਆਇਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਕਿ ਤੁਸੀਂ ਕਿੰਨੇ ਵਜੇ ਗਏ ਸੀ, ਕਿੰਨੇ ਵਜੇ ਆਏ ਆ। ਜਿਹੜੇ ਪੀਜੀ ਦੇ ਸੁਪਰਵਿਜ਼ਨ ਜੋ ਕੋਈ ਵੀ ਰੱਖੇ ਨੇ ਉਹਨਾਂ ਨੂੰ ਬੱਚੇ ਦੇ ਇੱਕ ਹੈੱਡ ਕਾਊਂਟ ਨੇ ਕਿ ਮੇਰੇ ਕੋਲ 4 ਕੁੜੀਆਂ ਨੇ ਤੇ 4 ਦਾ ਕਿੰਨਾ ਰੈਂਟ ਆਉਣਾ, ਨਾਂ ਦੀ ਜ਼ਿੰਮੇਵਾਰੀ ਹੈ। ਜੇ ਉਹਨਾਂ ਦਾ ਇੱਕ ਵੀ ਹੈੱਡ ਕੱਟ ਜਾਂਦਾ ਨਾ ਤੇ ਉਹਨਾਂ ਦੀ ਇਨਕਮ ਲਾਸ ਹੁੰਦੀ ਆ, ਕਿਉਂਕਿ ਉਹਨਾਂ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡਾ ਬੱਚਾ ਕੀ ਕਰਦਾ। ਜਦੋਂ ਬੱਚੇ ਘਰ ਦੇ ਵਿੱਚ ਵਿਜ਼ਿਟ ਵੀ ਕਰਨ ਜਾਂਦੇ ਨੇ, ਤੁਸੀਂ ਉਹਨਾਂ ਦਾ ਲਾਈਫ ਸਟਾਈਲ ਤੇ ਉਹਨਾਂ ਦਾ ਰਹਿਣ ਸਹਿਣ ਦੇਖ ਕੇ ਤੁਸੀਂ ਹੈਰਾਨ ਹੋਵੋਗੇ, ਤੁਹਾਨੂੰ ਲੱਗਦਾ ਸਾਡਾ ਬੱਚਾ ਮਾਡਰਨ ਹੋ ਗਿਆ। ਉਹ ਬੱਚਾ ਤੁਹਾਡਾ ਮਾਡਰਨ ਨਹੀਂ ਹੋ ਰਿਹਾ, ਤੁਹਾਡਾ ਬੱਚਾ ਤੁਹਾਡੇ ਤੋਂ ਦੂਰ ਜਾ ਰਿਹਾ, ਆਪਣੇ ਰਹਿਣ ਵਹਿਣ ਸਹਿਣ ਦੇ ਵਿੱਚੋਂ ਦੀ ਨਿਕਲ ਕੇ ਕਿਤੇ ਹੋਰ ਜਾ ਰਿਹਾ। ਜਦੋਂ ਉਹ ਪਹਿਲੇ 1-2 ਮਹੀਨੇ ਅਫੋਰਡ ਕਰ ਲੇਗਾ ਤੁਹਾਡੇ ਤੋਂ ਪੈਸੇ, ਜਦੋਂ ਤੁਹਾਡੇ ਕੋਲ ਪੈਸੇ ਉਨੀ ਜੀ ਇਨਕਮ ਦੇ ਵਿੱਚ ਇੱਕ ਐਡੀਸ਼ਨਲ ਐਕਸਪੈਂਸ ਸ਼ੁਰੂ ਹੁੰਦੀਆਂ ਨੇ, ਉਹ ਕਿਤੇ ਨਾ ਕਿਤੇ ਬਾਹਰੋਂ ਅਫੋਰਡ ਕਰਨ ਦੇ ਉੱਥੇ ਕਿ ਇੱਕ ਦੁਕਾਨਦਾਰੀ ਹੈ। ਇਹ ਇੰਨੀ ਡੀਪ ਦਿਮਾਗ ਆ ਨਾ ਸਾਡੀ ਜਨਰੇਸ਼ਨ ਦੇ ਵਿੱਚ ਲੱਗੀ ਹੋਈ। ਲੋਕਾਂ ਨੇ ਇੱਕ ਬਿਜ਼ਨਸ ਬਣਾਇਆ ਹੋਇਆ, ਆਪਣੇ ਛੱਡੇ ਹੋਏ ਨੇ ਜਿਨ੍ਹਾਂ ਨੇ ਉਹ ਬੱਚਿਆਂ ਨੂੰ ਹੀ ਟਾਰਗੇਟ ਕਰਨਾ ਜਿਹੜੇ ਬੱਚਿਆਂ ਦੀ ਨੀਡ ਹੈ ਕਿ ਇਹ ਬੱਚੇ ਨੂੰ ਪੈਸੇ ਦੀ ਲੋੜ ਹੈ, ਜਾਂ ਤਾਂ ਉਹਨਾਂ ਨੂੰ ਪ੍ਰੋਸਟੀਟਿਊਸ਼ਨ 'ਚ ਜਾਣਾ ਪੈਂਦਾ, ਪ੍ਰੋਸਟੀਟਿਊਸ਼ਨ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਕੰਮ ਕਰਨਾ ਪੈਂਦਾ। ਜਦੋਂ ਛੋਟੀ ਮੋਟੀ ਜੌਬ ਕਰਦੇ, ਜੌਬ ਕਰਨਾ ਮਾੜੀ ਚੀਜ਼ ਨਹੀਂ, ਮੈਂ 100% ਸਪੋਰਟ ਕਰਦੀ ਹਾਂ। ਕੰਮ ਤੇ ਛੋਟੇ ਤੋਂ ਛੋਟਾ ਵੀ ਕਰਕੇ ਆਪਣੀ ਡਿਗਨਿਟੀ ਦਿਖਾ ਲਓਗੇ ਨਾ, ਉਹਦੇ ਵਰਗੀ ਰੀਸ ਕੋਈ ਨਹੀਂ ਹੈ। ਜਿਹੜੇ ਬੱਚੇ ਕੰਮ ਕਰਕੇ ਆਪਣੇ ਟੇਸਟ ਪੂਰੇ ਕਰਦੇ ਨੇ ਨਾ, ਮੈਂ ਉਹਨਾਂ ਨੂੰ ਸਲੂਟ ਕਰਦੀ ਹਾਂ, ਚਾਹੇ ਮੈਕਡੋਨਲਡ 'ਚ ਕੰਮ ਕਰਦੇ, ਚਾਹੇ KFC 'ਚ ਕਰਦੇ ਨੇ, ਚਾਹੇ ਉਹ ਯੂਨੀਵਰਸਿਟੀ ਦੇ ਵਿੱਚ ਕਿਤੇ ਪਾਰਟ ਟਾਈਮ ਜੌਬ ਕਰਦੇ ਨੇ ਜਾਂ ਕਿਤੇ ਵੀ ਇੰਟਰਨਸ਼ਿਪ ਕਰਦੇ ਨੇ, ਮੈਂ ਉਹਨਾਂ ਨੂੰ ਸਲੂਟ ਕਰਦੀ ਹਾਂ। ਪਰ ਉਹਦੇ ਵਿੱਚ ਕੁਝ ਪਰਸੈਂਟੇਜ ਹੈ ਜਿਹੜੇ ਸਾਡੇ ਬੱਚੇ ਡਿਸਟਰੈਕਟ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਪੇਰੈਂਟਸ ਦੇ ਕੋਲ ਇੰਨੀ ਨੌਲੇਜ ਨਹੀਂ ਹੁੰਦੀ ਜਾਂ ਇੰਨਾ ਟਾਈਮ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਪੜ੍ਹਾ ਦੇ ਲਈ ਉਹ ਕੰਮਕਾਜ ਕਰਕੇ ਹੀ ਉੱਥੇ ਤੱਕ, ਜਾਂ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਕਿੱਥੇ ਰਹਿ ਰਹੇ ਨੇ, ਕੀ ਕਰ ਰਹੇ ਨੇ, ਪਰ ਉਹ ਆਪਣੇ ਬੱਚੇ ਨੂੰ ਅੱਗੇ ਵੱਧਦਾ ਦੇਖਣਾ ਚਾਹੁੰਦੇ ਨੇ। ਉਹ ਇਨੋਸੈਂਟ ਪੇਰੈਂਟਸ ਨੇ। ਤੇ ਜਿਹੜੇ ਬੱਚੇ ਉਸ ਦਲਦਲ ਦੇ ਵਿੱਚ ਜਾਂਦੇ ਨੇ ਉਹ ਇਨੋਸੈਂਟ ਵਿਕਟਮ ਨੇ। ਉਹ ਇਨੋਸੈਂਟ ਵਿਕਟਮ ਇਹੋ ਜਿਹੇ ਨੇ ਕਿ ਜਿਹੜੇ ਸਮਾਜ ਦੇ ਵਿੱਚ ਇੱਕ ਪਿੰਡ 'ਚ ਉੱਠ ਕੇ ਭੋਲਾ ਭਾਲਾ ਬੱਚਾ ਸ਼ਹਿਰ 'ਚ ਜਾ ਰਿਹਾ, ਉਹਨੂੰ ਉਸ ਦੀ ਨੌਲੇਜ ਨਹੀਂ ਹੈ ਜ਼ਿੰਦਗੀ ਦੇ ਵਿੱਚ, ਉਹਨੂੰ ਉਹਦਾ ਕੋਈ ਐਕਸਪੀਰੀਅੰਸ ਨਹੀਂ ਹੈ। ਸਾਡੇ ਕੋਈ ਉਹਨਾਂ ਬੱਚਿਆਂ ਨੂੰ ਗਾਈਡ ਕਰਨ ਵਾਲਾ ਕਾਉਂਸਲਰ ਨਹੀਂ ਹੈ। ਸਾਡੇ ਬੱਚਿਆਂ ਦੇ ਲਈ ਕੋਈ ਵੀ ਸੋਸ਼ਲ ਵਰਕਰ ਨਹੀਂ ਹੈ ਕਿ ਉਹਨਾਂ ਨੂੰ ਜਿਹੜਾ ਉਹ ਇੱਕ ਸੈਕਸ਼ਨ ਤੋਂ ਦੂਜੇ ਸੈਕਸ਼ਨ ਦੇ ਟਰਾਂਸਫਾਰਮ ਹੋ ਰਿਹਾ ਤੇ ਉਹਦੇ ਵਿੱਚ ਜਿਹੜਾ ਫਰਕ ਆ ਉਹਨੂੰ ਮਿਟਾ ਸਕੇ। ਉਹ ਫਰਕ ਰਹਿੰਦਾ, ਹਮੇਸ਼ਾ ਰਹਿੰਦਾ ਆਏਗਾ ਜਦੋਂ ਤੱਕ ਅਸੀਂ ਇਹਦੇ 'ਤੇ ਵਰਕਆਊਟ ਨਹੀਂ ਕਰਾਂਗੇ। ਉਹੀ ਬੱਚੇ ਕਿਤੇ ਨਾ ਕਿਤੇ ਸਲਿੱਪ ਹੋ ਜਾਂਦੇ ਨੇ। ਉਹ ਸਾਡੇ ਮਾੜੇ, ਸਾਡੀ ਸੁਸਾਇਟੀ ਦੇ ਮਾੜੇ ਸਮਾਜ ਦੇ ਵਿਕਟਮ ਬਣ ਜਾਂਦੇ ਨੇ। ਉਹ ਉਹਨਾਂ ਬਿਜ਼ਨਸਮੈਨਾਂ ਦੇ ਕਸਟਮਰ ਬਣ ਜਾਂਦੇ ਨੇ, ਜਿਨ੍ਹਾਂ ਨੂੰ ਮੈਂ ਕਹਾਂ ਕਸਟਮਰ ਬਣਦੇ ਨਹੀਂ, ਬਣਾ ਲੈਂਦੇ ਨੇ। ਪਹਿਲੇ ਉਹਨਾਂ ਨੂੰ ਕਸਟਮਰ ਬਣਾਉਂਦੇ ਨੇ, ਫਿਰ ਉਹਨਾਂ ਨੂੰ ਵਿਕਟਮ ਬਣਾਉਂਦੇ ਨੇ। ਇਹਨਾਂ 'ਚ ਫਰਕ ਹੈ। ਜਦੋਂ ਉਹ ਕਸਟਮਰ ਤੋਂ ਵਿਕਟਮ ਬਣਦੇ ਨੇ, ਵਿਕਟਮ ਤੋਂ ਬਾਅਦ ਉਹ ਐਡਿਕਸ਼ਨ ਆਉਂਦੀ ਹੈ। ਜੇ ਬਿਟਵੀਨ ਕਸਟਮਰ ਐਂਡ ਵਿਕਟਮਾਈਜ਼ ਦੇ ਵਿੱਚ ਤੁਸੀਂ ਬੱਚੇ ਨੂੰ ਸੰਭਾਲ ਲਿਆ ਨਾ, ਉਹ ਸਟੇਜ ਬਹੁਤ ਵਧੀਆ ਹੁੰਦੀ, ਉਹਨੂੰ ਸੰਭਾਲ ਸਕਦੇ। ਜੇ ਵਿਕਟਮਾਈਜ਼ ਤੇ ਕਸਟਮਰ ਦੇ ਵਿੱਚ ਤੁਸੀਂ ਬੱਚੇ ਨੂੰ ਸੰਭਾਲਿਆ, ਉਹ ਐਡਿਕਸ਼ਨ ਸਟੇਜ 'ਤੇ ਚਲਾ ਜਾਂਦਾ। ਜਦੋਂ ਐਡਿਕਸ਼ਨ ਸਟੇਜ 'ਤੇ ਚਲਾ ਗਿਆ, ਤੁਹਾਨੂੰ ਉਹਦੇ ਲਈ ਇੱਕ ਇੰਨਾ ਜਿਹਾ ਉਸ ਦੇ ਲੈਵਲ 'ਤੇ ਜਾ ਕੇ, ਉਹਦੇ ਲੈਵਲ 'ਤੇ ਬੈਠ ਕੇ ਗੱਲ ਕਰਨੀ ਪਏਗੀ ਤਾਂ ਕਿ ਤੁਹਾਡੀ ਗੱਲ ਨੂੰ ਉਹ ਸਮਝ ਸਕੇ, ਤਾਂ ਕਿ ਉਹਨੂੰ ਪਤਾ ਚੱਲੇ ਕਿ ਹਾਂ ਮੈਨੂੰ ਅੰਡਰਸਟੈਂਡ ਕਰਦੇ ਆ। ਉਹਦੇ 'ਚ 2 ਚੀਜ਼ਾਂ ਨੇ, ਇੱਕ ਤਾਂ ਉਹਨੂੰ ਅੰਦਰੋਂ ਰੰਜਿਸ਼ ਆਪਣੇ ਆਪ ਦੇ ਨਾਲ ਕਿ ਮੈਂ ਕਿੱਥੋਂ ਆਇਆ ਸੀ ਤੇ ਕੀ ਕਰਨ ਆਇਆ ਸੀ ਤੇ ਕੀ ਬਣ ਕੇ ਰਹਿ ਗਿਆ, ਕਿ ਮੇਰੇ ਮਾਂ-ਬਾਪ ਨੇ ਮੈਨੂੰ ਬਣਾਉਣ ਲਈ ਭੇਜਿਆ ਸੀ। ਤੇ ਪਰ ਉਹਦੇ ਅੰਦਰ ਰੰਜਿਸ਼ ਹੈ ਨਹੀਂ ਕਿ ਉਹ ਬੱਚਾ ਭੁੱਲਿਆ, ਜਾਂ ਉਹ ਬੱਚੇ ਨੂੰ ਇਸ ਚੀਜ਼ ਦੇ ਅਹਿਸਾਸ ਨਹੀਂ ਹੈ ਕਿ ਮੈਂ ਕੀ ਬਣਨਾ ਆਇਆ ਸੀ। ਉਹਨੂੰ ਅਹਿਸਾਸ ਹੈ, ਉਹ ਬਣਨਾ ਵੀ ਚਾਹੁੰਦਾ, ਪਰ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਦਲਦਲ ਨੇ ਉਹਨੂੰ ਇਹਦੇ ਵਿੱਚ ਘੇਰ ਲਿਆ ਹੋਇਆ।
क्योंकि साडा सिस्टम है जिहड़ा वो इन्ना जिहा वो सिस्टम किहने बनाया? असीं लोगों ने बनाया होया। असीं लोग उहदे किते ना किते जिम्मेवार हाँ। 100% सारे नहीं, किते ना किते साडे ही समाज के लोगों ने वो बनाया। उस सिस्टम दे विच बच्चा रुल के रह गया, उस सिस्टम ने उन्हें यूज़ कर लिया। जो दो चीज़ां ने, बच्चे दो तरह के होंगे, एक तो यूज़र होंगे, एक यूज़ होंगे। जिहड़े तो बच्चे दूजिਆਂ ਨੂੰ यूज़ करके अगे निकल जाते हैं, दे बिकम कि वो सक्सैस ने। ये सिस्टम इदां दा बन गया, ये विच सीधा पैथ बच्चों के लिए नहीं हैगा कि जिहदे लिए गाइडलाइनां होण कि बच्चे स्टैप बाय स्टैप अगे चल सकन। एक PTM के टैसट के लिए बच्चे कित्थे कित्थे धक्के खाने पैंदे आ। यदि मैं आप विटनेस रही हाँ चीज़ों की। एक बच्चे ने ये नहीं पता, इन्ना कॉम्पलीकेटेड सिस्टम है साडा एजुकेशन का, जिथे बच्चे +2 दे विच ही स्ट्रैस दे 50% इंटैलीजेंट बच्चे अगे वध ही नहीं सकते, क्योंकि दे डोंट नो हाउ टू प्रोसीड विद दिस सिस्टम। साडा सिस्टम उस सिस्टम दे विच प्रोसीड नहीं करते। +2 तो बाद घरे बैठ के वेरी इंटैलीजेंट 90% 80% लै रहा, बच्चा की होएगा? स्ट्रैसड आउट। जो स्ट्रैस आउट लऊगा होएगा घर दे विच, किते भी नहीं वध सकिया, किते ना किते सॉफ्ट कॉर्नर किसी भी चीज़ का लएगा अपने आप के स्ट्रैस नूं इम्यून करन लई। किन्ने बच्चे तो खेती दे विच कहंदे जी तो +2 तो बाद बड़ा वधिया बिजनेसमैन बन गया, क्योंकि उन्हें अपनी जिहड़ी स्ट्रैस से टेंशन सी उन्होंने अपनी एक स्ट्रेंथ बना के बिजनेस च अगे वध गया। किन्ने हार्डली 10% बच्चे होणगे, आई मीन डोंट टेक मी रॉन्ग, कैन बी गुड, पर मैं रॉन्ग भी 100%। किन्ने बच्चे वो स्ट्रगल नहीं कर सकते, फिर उन्हों का जिहड़ा स्ट्रैस लेवल आ, उन्हों का सॉफ्ट कॉर्नर किते मंडली च बैठ गए, उत्थे एक इन्फ्लुएंस मिले बच्चे का, दूजा मिले किसी ने सिगरेट शेयर की, किसी ने ड्रग शेयर की, उहदे नाल उन्हें चंगा लग्या कि मेरा स्ट्रैस रिलीज़ की है? ब्रेन स्टॉप वर्किंग। स्ट्रैस का मीनिंग की है? ब्रेन स्टॉप वर्किंग। स्ट्रैस कदों होंदा? जो तुहाडा ब्रेन फंक्शन करदा, कंप्लीटली गुड मैनेजेबल काम करदा। स्ट्रैस उस बंदे नूं होएगा जिन्हों चंगे ते माड़े की पहचान होएगी। स्ट्रैस उस बंदे नूं होएगा जिन्हों अगे बढ़न की क्षमता होगा, माड़े काम नूं ठीक करन दी होएगी, अपने बच्चे दे दुख सुख का एहसास होएगा। नॉर्मल बंदे नूं स्ट्रैस होएगा। जो उन्होंने स्ट्रैस दे विच रिलीज़ करने लई कोई सॉफ्ट कॉर्नर मिल रहा तो वह कहेगा वाह अज तो नज़ारा बड़ा, नींद बड़ी सोहनी आई है, क्योंकि वह ब्रेन फंक्शन करने तो बंद हो गया। उन्हें एक फ्लुएंस का सहारा लैके नींद कढ़ लिया। डेली उन्हें चंगा लगे तो करता गया, हौली हौली करके। ये नहीं कि ओवरनाइट एडिक्शन है, ये एडिक्शन टेक्स एटलीस्ट ओवर वीक एंड 2 वीक्स 3 वीक्स के विच परसन बिकम्स यूज टू। जो बिटवीन यूजिंग एंड यूज टू दे विच आंदा, तुसीं उहनूं फिर भी रिकवर कर सकते हो। उत्थे इसे करके मैं पेरेंट्स को कहनी कि वॉच योर किड्स बिहेवियर, वॉच देयर स्ट्रैस लेवल, वॉच देयर बिफोर दे गेट इन टू द एडिक्शन। एडिक्शन बड़े तरह के है ना, कि यही है एडिक्शन के स्टैप इन किमें हुंदा, वो तुहाडे लिए बहुत जरूरी है। स्टैप इन हो के उस तो बाद क्योर करन दा इन्ना नहीं है, क्योर उत्थे होनी चाहिए स्टैप इन होने तो पहला अपने बच्चे के स्ट्रैस लैवल में मैनेज। चलो मन्ने कि पेरेंट्स के कोल इन्ना पैसा नहीं है कि बच्चे को पढ़ा सकन, तुसीं उस बच्चे नूं इन्ना जिहा अंदरों स्ट्रोंग बना दो ताकि वो सोचे ही ना कि मैं ये पढ़ के करना सी। वो एक माइंड सैट हो जाए, जां वो अपने आप को इन्ना कंसोल कर लवे कि जे पैसे नहीं सी कोई गल नहीं, मैं काम कर सकता। जो पैसे ना होने करके इंटैलीजेंट हो के इंटरनली स्ट्रैस दे विच बैठ गया, वो डेफिनेटली कुछ ना कुछ गलत करेगा। गलत इन द सेंस मैं कह सकती हूँ जां तो चंगा करेगा जां माड़ा करेगा, क्योंकि वो एज एक्सट्रीम एज होंदी है, उहदे विच बच्चे कुछ ना कुछ करना चाहते हैं। जे तो बच्चे चंगी थां ते निकल गए बहुत वधिया कर जाते हैं, क्योंकि एक एज तुसीं अपने आप ते भी ला के देख लो, एक एज इहो जी होंदी है कि तुसीं ना थकदे हो ना हटदे हो, ना तुहानूं कुछ बुरा लगता ना चंगा लगता, तुहानूं एक गोल सैट होंदा। जे तुसीं बच्चे का गोल सैट करके चलते हो ना, तुहानूं दुनिया 'च कोई नहीं हरा सकता। ਜਿਹੜੇ ਬੱਚਿਆਂ ਦਾ ਗੋਲ ਸੈੱਟ ਨਹੀਂ ਹੈਗਾ, ਸਕੂਲ ਤੋਂ ਹੀ ਕਨਫਿਊਜ਼ ਆ ਰਹੇ ਨੇ, ਤੇ ਉਹ ਬੱਚੇ ਅੱਗੇ ਵੀ ਜਾ ਕੇ ਕਨਫਿਊਜ਼ ਹੋ ਕੇ ਹੀ ਰਹਿ ਜਾਂਦੇ ਨੇ। ਤੁਹਾਨੂੰ ਮੈਂ ਇਸ ਤਰ੍ਹਾਂ ਇਹ ਗੱਲ ਇਸ ਕਰਕੇ ਕਹਿ ਰਹੀ ਹਾਂ, ਮੇਰੇ ਭੈਣ ਭਰਾ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ ਜਾਂ ਪਿੰਡਾਂ ਤੋਂ ਮਾਈਗ੍ਰੇਟ ਹੋ ਕੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਕੋਲ ਪੇਰੈਂਟਸ ਦੇ ਵਿੱਚ ਐਜੂਕੇਸ਼ਨ ਹੈਗੀ ਆ, ਉਹ ਪੁਰਾਣੀ ਐਜੂਕੇਸ਼ਨ BA MA BEd
ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਪਰ ਉਹਨਾਂ ਨੂੰ ਦੁਨੀਆ ਦੀ ਅਵੇਅਰਨੈਸ ਨਹੀਂ ਹੈਗੀ। ਅੱਜ ਦੀ ਜਨਰੇਸ਼ਨ ਦੀ ਨੀਡ ਦਾ ਨਹੀਂ ਪਤਾ, ਅੱਜ ਦੇ ਐਜੂਕੇਸ਼ਨ ਸਿਸਟਮ ਦੀ ਅਵੇਅਰਨੈਸ ਨਹੀਂ ਹੈਗੀ। ਜਿਹੜੇ ਵਰਲਡ ਦੇ ਵਿੱਚ ਸਾਡੇ ਬੱਚੇ ਪੜ੍ਹ ਰਹੇ ਨੇ, ਜਿਹੜੀ ਸੁਸਾਇਟੀ ਸਾਡੇ ਬੱਚੇ ਪੜ੍ਹ ਰਹੇ ਨੇ, ਜਿਹੜੀ ਸੁਸਾਇਟੀ 'ਚ ਉਹਨਾਂ ਨੇ ਅੱਗੇ ਪੜ੍ਹਨਾ। ਇੱਕ ਮੈਨੂੰ ਲੱਗਦਾ ਇਹ ਕੋਈ ਇੱਕ ਕੰਟਰੀ ਹੈ ਜਿਹਦੇ ਵਿੱਚ, ਜੇ ਮੈਂ ਰੋਂਗ ਨਹੀਂ ਹਾਂ, ਵੈਸਟਰਨ 'ਚ ਤਾਂ ਮੈਂ ਦੇਖਿਆ ਨਹੀਂ ਕਿ ਇੰਡੀਆ ਦੇ ਵਿੱਚ ਜਿਹਦੇ ਵਿੱਚ ਗੌਰਮੈਂਟ ਦਾ ਡਾਇਰੈਕਟ ਇਨਡਾਇਰੈਕਟ ਇੰਟਰਫੇਰੈਂਸ ਬੱਚਿਆਂ ਦੀ ਐਜੂਕੇਸ਼ਨ 'ਚ। ਜੇ ਇਹ ਐਜੂਕੇਸ਼ਨ ਨੂੰ ਹੀ ਧੰਦਾ ਬਣਾ ਕੇ ਇੱਥੇ ਡੋਨੇਸ਼ਨ ਦੇ ਨਾਂ 'ਤੇ ਰਿਸ਼ਵਤ ਲਈ ਜਾਂਦੇ ਆ, ਸੀਟਾਂ ਦਿੱਤੀ ਜਾਂਦੇ, ਜਿਹੜੇ ਪੇਰੈਂਟਸ ਨਹੀਂ ਦੇ ਸਕਦੇ, ਉਹ ਬੱਚਿਆਂ ਦੀ ਫਰਸਟ੍ਰੇਸ਼ਨ ਤੇ ਪੇਰੈਂਟਸ ਦੀ ਫਰਸਟ੍ਰੇਸ਼ਨ ਦਾ ਤੁਸੀਂ ਇਮੈਜਿਨ ਕਰਕੇ ਦੇਖਿਓ ਕਿ ਵਾਟ ਦੇ ਗੋ ਥਰੂ। ਕਿ ਇਮੈਜਿਨ ਕਰਕੇ ਦੇਖਿਓ ਕਿ ਬੱਚਾ ਕੱਲ੍ਹ ਨੂੰ ਤੁਸੀਂ ਕੀ ਸੋਚੋਗੇ, ਉਹ ਕੀ ਬਣੇਗਾ, ਕਿ ਉਹ ਆਪਣੀ ਕੰਟਰੀ 'ਚ ਰਹੇਗਾ, ਕਿ ਉਹ ਆਪਣੀ ਕੰਟਰੀ ਨੂੰ ਪਿਆਰ ਕਰੇਗਾ, ਜਾਂ ਕਿ ਉਹ ਇਸ ਕੰਟਰੀ ਦੇ ਵਿੱਚ ਪ੍ਰੋਪਰ ਸਿਟੀਜ਼ਨ ਬਣ ਸਕਦਾ। ਮੈਂ ਉਹਨੂੰ ਇਹ ਸਪੋਰਟ ਨਹੀਂ ਕਰ ਰਹੀ ਕਿ ਡੂਇੰਗ ਦ ਰੋਂਗ ਡੂਇੰਗ, ਪਰ ਨਹੀਂ, ਕਿਤੇ ਨਾ ਕਿਤੇ ਅਸੀਂ ਜ਼ਿੰਮੇਵਾਰ ਹਾਂ, ਅਸੀਂ ਉਹਨਾਂ ਨੂੰ ਮਜਬੂਰ ਕਰਦੇ ਹਾਂ ਇਸ ਸੁਸਾਇਟੀ, ਇਸ ਦਲਦਲ ਦੇ ਵਿੱਚ ਗੁਜ਼ਰਨ ਦੇ ਲਈ। ਜੇ ਸਾਨੂੰ ਤਾਂ ਪ੍ਰਾਊਡ ਫੀਲ ਹੋਣਾ ਚਾਹੀਦਾ, ਸਾਡਾ 100 ਬੱਚਾ 100% ਮਾਰਕ 'ਤੇ ਪਾਸ ਹੋ ਰਿਹਾ, 99% ਸਾਡੇ ਬੱਚੇ ਯੂਨੀਵਰਸਿਟੀ ਜਾ ਰਹੇ ਨੇ, ਸਾਨੂੰ 99% ਸੀਟਾਂ ਹੋਣੀਆਂ ਵੀ ਜ਼ਰੂਰੀ ਨੇ। ਜੇ ਸਾਡੇ ਕੋਲ 100% ਬੱਚਾ ਸਾਡਾ ਮੈਡੀਕਲ 'ਚ ਜਾ ਰਿਹਾ, ਮੈਡੀਕਲ ਫੀਲਡ ਦੇ ਵਿੱਚ ਕੁਆਲੀਫਾਈ ਹੈ, ਕਿ ਸਾਡੇ ਕੋਲ ਉਹ ਕੈਪੇਬਿਲਿਟੀ ਹੈਗੀ ਬੱਚਿਆਂ ਦੇ ਪੜ੍ਹਾਉਣ ਲਈ? ਨਹੀਂ। ਅਤੇ ਸਾਡੇ ਬੱਚੇ ਬੜੇ ਇੰਟੈਲੀਜੈਂਟ ਹੁੰਦੇ ਨੇ, ਪਰ ਉਹਦੇ ਜਦੋਂ ਸੀਟਾਂ ਨਹੀਂ ਮਿਲਦੀਆਂ ਉਹਨਾਂ ਨੂੰ, ਕਿਤੇ ਨਾ ਕਿਤੇ ਗੰਦੀ ਗੌਰਮੈਂਟ ਜਾਂ ਡਰਟੀ ਪੋਲੀਟਿਕਸ ਸਿਸਟਮ ਦੇ ਵਿੱਚ ਉਹ ਰੁਲ ਕੇ ਰਹਿ ਜਾਂਦੇ ਨੇ। ਉਹਦਾ ਨਤੀਜਾ ਕੀ ਹੁੰਦਾ? ਸਾਡੇ ਬੱਚੇ ਫਰਸਟ੍ਰੇਟ ਹੋ ਕੇ ਜਾਂ ਉਹ ਡਰੱਗ 'ਚ ਚਲੇ ਜਾਂਦੇ ਨੇ, ਜਾਂ ਬੈਡ ਹੈਬਿਟ 'ਚ ਚਲੇ ਜਾਂਦੇ ਨੇ, ਜਾਂ ਫਿਰ ਉਹ ਕਿਤੇ ਨਾ ਕਿਤੇ ਰੋਂਗ ਕੈਰੀਅਰ ਪਿਕ ਕਰ ਲੈਂਦੇ ਨੇ, ਜਾਂ ਕਿਸੇ ਨਾ ਕਿਸੇ ਜਗ੍ਹਾ ਦਾ ਜਾਂ ਕਿਸੇ ਬੰਦੇ ਦਾ ਵਿਕਟਮ ਬਣ ਜਾਂਦੇ ਨੇ। ਉਹ ਯੰਗ ਜਨਰੇਸ਼ਨ ਸਾਡੀ ਇੰਨੀ ਇੰਟੈਲੀਜੈਂਟ ਜਨਰੇਸ਼ਨ ਨੂੰ ਅਸੀਂ ਕਿਤੇ ਨਾ ਕਿਤੇ ਆਪ ਹੀ ਵਿਕਟਮਾਈਜ਼ ਕਰ ਦਿੰਦੇ ਹਾਂ ਇਸ ਡਰਟੀ ਸਿਸਟਮ ਦੇ ਵਿੱਚ। ਉਹ ਸਿਸਟਮ ਅਸੀਂ ਲੋਕਾਂ ਨੇ ਬਣਾਇਆ, ਸਾਡੀ ਗਵਰਨਮੈਂਟ ਨੇ ਬਣਾਇਆ। ਕਿਉਂਕਿ ਮੈਨੂੰ ਇਹ ਬਹੁਤ ਹੀ ਜ਼ਿਆਦਾ ਚੁੱਭਦਾ ਜਿਹੜਾ ਸਾਡਾ ਇੰਡੀਆ ਦੀ ਗਵਰਨਮੈਂਟ ਦਾ ਡਾਇਰੈਕਟਲੀ ਇਨਡਾਇਰੈਕਟਲੀ ਇੰਟਰਫੇਰੈਂਸ ਵਿਦ ਆਵਰ ਚਿਲਡਰਨਸ ਫਿਊਚਰ, ਜਿਹੜਾ ਕਿ ਫਿਊਚਰ ਦੇ ਵਿੱਚ ਇੱਥੋਂ ਤੇ LKG ਦੀ ਐਡਮਿਸ਼ਨ ਤੋਂ ਲੈ ਕੇ, ਜੇ ਚੰਗੇ ਸਕੂਲ ਕਨਵੈਂਟ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ, ਉੱਥੇ ਵੀ ਪੇਰੈਂਟਸ ਨੂੰ ਡੋਨੇਸ਼ਨ ਦੇਣੀ ਪੈਂਦੀ ਹੈ, ਉੱਥੇ ਵੀ ਉਹਨਾਂ ਨੂੰ ਸਿਫਾਰਿਸ਼ ਚਾਹੀਦੀ ਆ। ਕੋਈ ਵੀ ਕੰਮ, ਬੱਸ ਦੀ ਟਿਕਟ ਲੈਣ ਤੱਕ ਵੀ ਉਹਨਾਂ ਨੂੰ ਸਿਫਾਰਿਸ਼ ਦੀ ਜ਼ਰੂਰਤ ਹੈ। ਕਿਉਂ ਬਈ? ਇਹ ਚੀਜ਼ਾਂ ਕਿਉਂ? ਸਾਡੇ ਸਮਾਜ ਦੇ ਲਈ ਕਿਉਂ? ਅਸੀਂ ਆਪਣਾ ਭਵਿੱਖ ਕਿਉਂ ਨਹੀਂ ਚੇਂਜ ਕਰ ਰਹੇ? ਫਿਰ ਅਸੀਂ ਕਹਿੰਦੇ ਅਸੀਂ ਫਰੀਡਮ ਆ, ਸਾਨੂੰ 26 ਜਨਵਰੀ ਮਨਾਉਣੀ ਆ, 15 ਅਗਸਤ ਮਨਾਉਣਾ, ਕਿਸ ਲਈ? ਅਸੀਂ ਆਪਣੇ ਬੱਚਿਆਂ ਦਾ ਭਵਿੱਖ ਤਾਂ ਚੇਂਜ ਨਹੀਂ ਕਰ ਸਕੇ। ਫਿਰ ਅਸੀਂ ਕੰਪਲੇਂਟ ਕਰਦੇ ਹਾਂ, ਸਾਨੂੰ ਪਾਕਿਸਤਾਨ ਡਰੱਗ ਸਪਲਾਈ ਕਰਦਾ, ਸਾਡੇ ਮੰਨਿਆ ਪਾਕਿਸਤਾਨ ਸਪਲਾਈ ਕਰਦਾ, ਮੰਨਿਆ ਸਾਡੀ ਗਵਰਨਮੈਂਟ ਸਪਲਾਈ ਕਰਦੀ ਹੈ, ਗਵਰਨਮੈਂਟ ਦੇ ਡੀਲਰ ਨੇ, ਸਾਰਾ ਕੁਛ ਨੇ, ਲੇਕਿਨ ਕਿਤੇ ਨਾ ਕਿਤੇ ਸਾਡਾ ਸਿਸਟਮ ਤੇ ਅਸੀਂ ਵੀ ਰਿਸਪਾਂਸਿਬਲ ਨਾ, ਜਿਹੜੇ ਸਾਡੇ ਵਰਗੇ ਹੀ ਉਹਨਾਂ ਸੀਟਾਂ 'ਤੇ ਬੈਠ ਕੇ ਡਿਸੀਜ਼ਨ ਲੈਂਦੇ ਨੇ ਸਾਡੇ ਬੱਚਿਆਂ ਦਾ ਭਵਿੱਖ, ਕਿ ਇਹਦੀ ਇੰਨੀਆਂ ਸੀਟਾਂ ਨੇ, ਇਹਨੂੰ ਇੰਨੀਆਂ ਸੀਟਾਂ ਰੱਖਵੀਆਂ ਨੇ, ਇੰਨੀਆਂ ਸੀਟਾਂ, ਜਿਹੜੇ 90% ਵਾਲਾ ਸਟੂਡੈਂਟ ਨੂੰ ਸੀਟ ਨਹੀਂ ਮਿਲਦੀ, 43% ਦੀ ਰੱਖਵੀਂ ਸੀਟ। ਪਰ ਇੱਕ ਪਾਸੇ ਤੇ ਅਸੀਂ ਉਹਨਾਂ ਨੂੰ ਦਲਿਤ ਨਹੀਂ ਕਹਿੰਦਾ, ਦੂਜੇ ਪਾਸੇ ਰੱਖਵੀਂ ਸੀਟਾਂ। ਪਰ ਮੈਂ ਉਹਦੇ ਅਗੇਂਸਟ ਨਹੀਂ, ਉਹ ਸੀਟਾਂ ਹੋਣੀਆਂ ਚਾਹੀਦੀਆਂ, ਪਰ ਇੱਕ ਟਾਈਮ ਉਹਦੀ ਡਿਮਾਂਡ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਉਹ ਲੈਵਲ 'ਤੇ ਆ ਗਏ ਹੋਏ ਨੇ। ਅੱਜ ਤੇ ਸਾਡੇ ਜਿਹੜੇ ਉੱਪਰਲੇ ਲੋਕ ਨੇ ਉਹਨਾਂ ਨੂੰ ਜ਼ਰੂਰਤ ਹੈ, ਕਿਉਂਕਿ ਉਹਨਾਂ ਦੇ ਬੱਚੇ ਪੜ੍ਹੇ ਲਿਖੇ ਨੇ, ਪਰ ਉਹਨਾਂ ਦੇ ਕੋਲ ਇੰਨਾ ਸੋਰਸ ਨਹੀਂ ਰਿਹਾ ਹੈਗਾ ਕਿ ਉਹ ਅੱਗੇ ਆ ਸਕਣ। ਉਹਨਾਂ ਕੋਲ ਇੰਨੀ ਇਨਕਮ ਨਹੀਂ ਹੈਗੀ ਪੇਰੈਂਟਸ ਦੇ ਕੋਲ ਕਿ ਇੰਨਾ ਕੁਛ ਕਰਕੇ ਉਹ ਮਿਡਲ ਕਲਾਸ ਦੇ ਬੱਚੇ ਉਹ ਸਟੇਜ 'ਤੇ ਆ ਸਕਣ। ਜਦੋਂ ਉਹ ਬੱਚਿਆਂ ਨੂੰ ਸਟੇਜ, ਜਿਹੜੀ ਕੈਪੇਬਿਲਿਟੀ ਉਹਨਾਂ ਕੋਲ ਹੈਗੀ ਆ, ਜੋ ਡਿਜ਼ਰਵ ਕਰਦੇ ਨੇ, ਉਹ ਨਹੀਂ ਮਿਲਦਾ, ਫਿਰ ਉਹ ਬੱਚੇ ਕੀ ਕਰਦੇ ਨੇ? ਡਿਪਰੈਸ਼ਨ, ਡਰੱਗ, ਡਿਸਟਰੈਕਸ਼ਨ, ਇਹ 3 ਚੀਜ਼ਾਂ ਦੇ ਉਹ ਸ਼ਿਕਾਰ ਹੋ ਜਾਂਦੇ ਨੇ। ਉਹ ਸ਼ਿਕਾਰ ਕੌਣ ਕਰਦਾ? ਸਾਡਾ ਸਮਾਜ, ਅਸੀਂ ਲੋਕ, ਸਾਡੀ ਗਵਰਨਮੈਂਟ, 1 ਐਂਡ 1 ਅਸੀਂ ਸਾਰੇ ਉਹਦੇ ਵਿੱਚ ਕੰਟਰੀਬਿਊਟ ਕਰਦੇ ਹਾਂ। ਫਿਰ ਜਦੋਂ ਸਾਡੀ ਕੰਟਰੀਬਿਊਸ਼ਨ ਇੰਨੀ ਆ ਸਾਡੇ ਬੱਚਿਆਂ ਦਾ ਭਵਿੱਖ ਬਣਾਉਣ 'ਚ, ਫਿਰ ਅਸੀਂ ਕੰਪਲੇਂਟ ਕਿਉਂ ਕਰਦੇ ਹਾਂ? ਇਹ ਭਵਿੱਖ ਬਣਾ ਰਹੇ ਹੋ ਤੁਸੀਂ, ਪਰ ਮੇਰੀ ਲੈਂਗੁਏਜ ਦੇ ਵਿੱਚ ਉਹ ਡਿਸਟਰੋਏ ਕਰ ਰਹੇ ਹੋ। ਉਹਨੂੰ ਮਜਬੂਰ ਕਰਦੇ ਕਿ ਟੀਨੇਜਰ ਨੂੰ, ਇੱਕ ਬੱਚਾ 5-4 ਸਾਲ ਦੇ ਬੱਚੇ ਨੂੰ ਤੁਸੀਂ LKG UKG 'ਚ ਪਾ ਦਿੰਦੇ ਹੋ, ਲਾ ਕੇ 18 ਸਾਲ ਤੱਕ ਉਹ ਹਾਈ ਸਕੂਲ ਕਰਕੇ, ਹਾਈਐਸਟ ਮਾਰਕਸ ਲੈ ਕੇ, ਨੋਨ ਸਟਾਪ ਐਜੂਕੇਸ਼ਨ ਕਰਕੇ, ਟਿਊਸ਼ਨਾਂ ਕਰਕੇ ਉੱਥੇ ਪਹੁੰਚਦਾ ਜਿੱਥੇ ਉਹਨੇ ਆਪਣਾ ਕਰੀਅਰ ਬਣਾਉਣਾ, ਜਿੱਥੇ ਉਹਨੇ ਜਾ ਕੇ ਆਪਣੀ ਜ਼ਿੰਦਗੀ ਦਾ ਗੋਲ ਸੈੱਟ ਕੀਤੇ ਨੂੰ ਫੋਲੋ ਕਰਨਾ। ਜੇ ਉੱਥੇ ਜਾ ਕੇ ਇੰਨੀ ਸਟਰਗਲ ਹੈਗੀ ਹੈ ਬੱਚੇ ਦੇ ਲਈ ਇੱਕ ਆਪਣੇ ਸੈੱਟ ਗੋਲ ਨੂੰ ਜਾ ਕੇ ਅਚੀਵ ਕਰਨ ਲਈ, ਜੋ ਉਹਦੇ ਵਿੱਚ ਪੈਥ ਜੋ ਬਣਾਇਆ ਉਹਦੇ ਵਿੱਚ ਸਟੈਪ ਇਨ ਕਰਨ ਲਈ ਉਹ ਪੈਥ ਦੇ, ਤਾਂ
फिर तुसी बच्चों नूं की कहंदे डिस्ट्रैक्ट होणगे, वो पैथ दे विच उन्हें जगह नहीं मिलती। वो पैथ इन्ना छोटा बनाया गया कि साडे कोल जिहदे विच एक रोड दे उत्ते साडे कोल 100 कार आंदी है, पर रोड साडी सिंगल लाइन, उत्थे की होएगा, एक्सीडेंट होणगे ना। सेम साडा कॉलेज दे विच 100 सीटां ने, साडा स्टूडेंट आ रहा 3000, तो उत्थे की होएगा जिहड़ा 2000 स्टूडेंट रह गया कि वो डिसकुआलीफाई है, वो भी किते ना किते क्वालीफाई, लेकिन साडे कोल लिमिटेशन हैगी है कि साडे कोल सीटां ही नहीं, साडे कोल कैपेबिलिटी है नहीं, साडे कोल वो बच्चों दी एजुकेशन नूं असीं सपोर्ट ही नहीं कर सकते, उन्होंने प्लेटफॉर्म नहीं दे सकते। फिर असीं कंप्लेंट करते हैं साडी जनरेशन बाहर नूं भज रही है, जहाज़ां दे जहाज़ भर के बाहर जा रहे ने। वो क्यों जा रहे ने? उहदा कोई रीजन है नहीं, तो वर्ल्ड का एक वन कंट्री है, चाइना तो बाद इंडिया एक वर्ल्ड वाइड वन कंट्री बन सकता, वर्ल्ड की पावर कि जिहदे कोल इन्ना एजुकेशन, गुड लॉजिक, गुड सोशल सिस्टम है। साडे बच्चे इन्ने स्ट्रोंग ने लॉजिक दे विच, मैथ लॉजिक एंड एजुकेशन एंड सोशल दे विच, लेकिन असीं उन्हां नूं डिस्ट्रैक्ट किया। किन्हां ने किया? असीं आप किया। जदों बाहर जाके लेबर करते हैं, किते ना किते जाके बहुत सारिया चीज़ों का सामना करते हैं। असीं सारे कहते डिस्क्रिमिनेशन हर जगह ते आ। डिस्क्रिमिनेशन असीं इंडिया च भी करते हैं, असीं अपने नूं आप ही डिस्क्रिमिनेट करते हैं। बाहर जाके तो असीं फाइट करते हैं, फिर भी सानूं किते ना किते राइट मिल जाते हैं, लेकिन वो स्ट्रगल करते हैं बच्चे। उत्थे भी तुसीं जाओ कनेडा दे विच साडे इंडियन ही इंडियन नूं डिस्क्रिमिनेट करते हैं। जिहड़ी पुरानी माइग्रेशन बैठी है वो कह रहे हैं असीं कनेडियन, दूजे कनेडियन ने, पर कनेडा दे विच जिन्हों भी परमानेंट रेजिडेंस मिले, एवरीवन इज़ कनेडियन, एवरीवन इज़ यूनाइटेड स्टेट रेजिडेंट, इज़ यूनाइटेड स्टेट अमेरिकन। सो सेम पॉइंट इंडिया दे विच असीं सारे इंडियन रहने, उहदे विच असीं कोई चूड़ा चमार जट सिख भाईचारा कुछ नहीं। फर्स्ट असीं इंडियन सिटीजन आ, नंबर 2 असीं इंसान आ, नंबर 3 साडी जिम्मेवारी अपने बच्चों का भविख संभालन। जिहड़े साडे अज दे बच्चे ने साडे कल दे सिटीजन ने, कल दा साडा भविख आ, उन्हां दे हत्थां 'च असीं पैणा जदों असीं सीनियर बनना। ये साडे हत्थ विच असीं की बीजना ते की वड्ढना। जे असीं उन्हां नूं एडिक्टेड बनाना, वो डिस्ट्रैक्ट बनाना, डिस्ट्रैक्टेड डिक्शन च पाना, जो स्ट्रैस च आएगा बच्चा की करेगा? सॉफ्ट कॉर्नर लऊगा ना कोई, जां लड़ूगा, उस सिस्टम च फ्रस्ट्रेट होके लड़ाई झगड़े करते बच्चे गन्ना कढ़ लेंदे ने। क्यों? उहदे असीं किते ना किते डायरैक्टली इनडायरैक्टली जिम्मेवार हाँ। इस सिस्टम दे विच असीं न्यू जनरेशन दे लई फेलियर है। ना ही असीं उन्हां लई कोई सैट एग्जाम्पल कीते है, ना ही प्रॉपर एजुकेशन सिस्टम बनाया, ना ही असीं प्रॉपर उन्हां दे कोई प्लेटफॉर्म बनाया कि जिहड़े बच्चे ग्रैजुएट होके आ रहे हैं। फॉर एग्जाम्पल साडा 100,000 स्टूडेंट कॉलेज चों निकल रहा ग्रैजुएट होके एज ए MBBS डॉक्टर। डू वी हैव 100,000 जॉब्स? गवर्नमेंट सेक्टर, प्राइवेट सेक्टर, डू वी हैव दिस मैनी जॉब्स, गुड पेइंग जॉब? एक बच्चा इंजीनियर होके आके एक 50,000 इंजीनियर बाहर निकलते हैं ग्रेजुएट, डू वी हैव ए 50,000 जॉब्स फॉर दैम? नो। सो बच्चे की करनगे पढ़न तो बाद? जां तो घरे बैठे होणगे, जां लड़नगे, जां कुछ करनगे, जां फिर ट्राई करनगे किते ना किते स्ट्रगल करके बाहर निकलन। फिर उत्थे बच्चे कितनी बारी रोंग पैथ भी पिक कर लेंदे ने। जो रोंग पैथ पिक करते हैं, पर इंटरनली एक जेंटलमैन आ, पर सिस्टम ने उन्हें फोर्स किया रोंग स्टैप लैन दे लई। जो रोंग स्टैप दे लैंदे ने तो उहदे हडल भी आंदियां ने। जो हडल आंदियां ने, हडल नूं फेस, हडल मीनस इन द सेंस जिवें रोंग स्टैप लेना, इलीगल बाहर जाना, धोखे की मैरिज करा के सैट होना, क्योंकि उन्हें अपना पैथ गोल नूं अचीव करना। पर जो अंदर इंसान आ, इंसान नूं सोसाइटी ने, सिस्टम ने मजबूर करके वो चीज़ लई स्टैप लैन लई मजबूर किया, लै रहा एक सर्वाइवल बनने दे लई। लेकिन जो अंदर है वो बाहर नहीं, जो हडल उन्होंने आनी वो एक्सपीरियंस नहीं उन्हें की, क्योंकि अंदरों वो नहीं है। जो अंदरों नहीं है तो की हुंदा, ਉਹਦੇ ਵਿੱਚ ਗੁੰਮ ਜਾਂਦਾ। ਤੁਸੀਂ ਮੰਨੋ ਜਾਂ ਨਾ ਮੰਨੋ, ਅੱਜ ਜਾ ਕੇ ਤੁਸੀਂ ਅਮਰੀਕਾ ਤੇ ਕੈਨੇਡਾ ਦੀਆਂ ਜੇਲ੍ਹਾਂ 'ਚ ਕਦੀ ਚੈੱਕ ਕਰਿਓ, ਡਾਇਰੈਕਟਲੀ ਇਨਡਾਇਰੈਕਟਲੀ ਸਾਡੇ ਬੱਚੇ ਬੜੇ ਵਿਕਟਮਾਈਜ਼ ਹੋਏ ਨੇ। ਉਹਨਾਂ ਨੂੰ ਛੱਡੋ, ਸਾਡੇ ਇੰਡੀਆ ਦੇ ਵਿੱਚ ਸਾਡੇ ਬੱਚੇ ਜਿਨ੍ਹਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਹੈਗੀ, ਜੇ ਐਜੂਕੇਸ਼ਨ +2 ਕਰ ਲਾ ਐਜੂਕੇਸ਼ਨ ਹੈ ਨਹੀਂ। ਹੁਣ ਨਵਾਂ ਸਿਸਟਮ ਚੱਲਿਆ, ਇੱਥੇ ਇੱਕ ਦੁਕਾਨਦਾਰੀ ਬਣੀ ਆਇਲਸ ਕੀ ਆਈਲਟ ਦੋ ਆਣਾ, ਆਈਲਟ ਕੀ ਆ? ਕਦੇ ਬੱਚਿਆਂ ਨੂੰ ਗਾਈਡ ਕੀਤਾ ਆਈਲਟ ਕੀ ਹੈ? ਬੇਸਿਕ ਇੰਗਲਿਸ਼ ਨੂੰ ਆਈਲੈਟਸ ਕੀਤਾ ਜਾਂਦਾ, ਸਪੀਕਿੰਗ ਇੰਗਲਿਸ਼, ਰਾਈਟਿੰਗ ਇੰਗਲਿਸ਼ ਐਂਡ ਰੀਡਿੰਗ ਇੰਗਲਿਸ਼, ਜਿਹਨੂੰ ਇੰਗਲਿਸ਼ 1 ਕਿਹਾ ਜਾਂਦਾ, ਜਿਹੜੀ ਕਿ ਸਾਡੇ ਅਸੀਂ ਪ੍ਰਾਈਵੇਟ ਸਕੂਲਾਂ 'ਚ
LKG UKG बच्चे ਨੂੰ ਇੰਗਲਿਸ਼ ਪੜ੍ਹਾਉਣ ਲਈ ਇੰਨੀਆਂ ਵੱਡੀਆਂ ਫੀਸਾਂ ਦਿੰਦੇ ਹਾਂ। ਜੇ ਅਸੀਂ ਹਾਈ ਸਕੂਲ ਤੱਕ ਸਾਡਾ ਬੱਚਾ ਰੀਡ ਐਂਡ ਰਾਈਟ ਇਨ ਇੰਗਲਿਸ਼ ਨਹੀਂ ਕਰ ਸਕਿਆ ਤੇ ਫਿਰ ਅਸੀਂ ਇਹ ਸਾਡੇ ਤੇ ਇੱਕ ਸ਼ਰਮਨਾਕ ਗੱਲ ਹੈ ਪ੍ਰਾਈਵੇਟ ਸੈਕਟਰ ਦੀ ਵੀ ਤੇ ਸਾਡੇ ਗਵਰਨਮੈਂਟ ਸੈਕਟਰ ਦੀ ਵੀ ਤੇ ਜਿਹੜੇ ਅਸੀਂ ਪੇਰੈਂਟਸ ਇੰਨੀਆਂ ਫੀਸਾਂ ਦਿੰਦੇ ਤੇ ਉਹ ਤੋਂ ਬਾਅਦ ਵੀ ਸਾਨੂੰ ਬੱਚਿਆਂ ਨੂੰ IELTS 'ਚ ਪਾਉਣਾ ਪੈਂਦਾ। ਜਿਹੜੇ ਬੱਚੇ ਇੰਨੇ ਐਜੂਕੇਟਡ ਹੋਣ ਡਾਇਰੈਕਟ IELTS ਦਾ ਐਗਜ਼ਾਮ ਲੈ ਸਕਦੇ ਕਿਉਂਕਿ ਉਹ ਕੁਆਲੀਫਾਈ ਹੁੰਦੇ ਨੇ। ਰੀਡ ਐਂਡ ਰਾਈਟ ਐਂਡ ਸਪੀਕ ਇਨ ਇੰਗਲਿਸ਼ ਇਜ਼ ਦ ਮੇਨ ਗ੍ਰਾਮਰ, ਉਹੀ ਇੱਕ IELTS ਹੁੰਦਾ, ਉਹ ਇੱਕ ਕੁਆਲੀਫਿਕੇਸ਼ਨ। ਉਹਨੂੰ ਇਨ ਅਮਰੀਕਾ ਦਾ ਉਹਨੂੰ TOEFL ਵੀ ਕਿਹਾ ਜਾਂਦਾ ਐਡਮਿਸ਼ਨ ਲੈਣ ਲਈ। ਉਹਦਾ ਐਗਜ਼ਾਮ ਸੇਮ ਹੀ ਹੈਗਾ, ਉਹ ਵੀ ਚੀਜ਼ ਥੋੜ੍ਹਾ ਜਿਹਾ ਡਿਫਰੈਂਟ ਇੰਗਲਿਸ਼ ਹੈ ਪਰ TOEFL ਦਾ ਐਗਜ਼ਾਮ ਥੋੜ੍ਹੀ ਜਿਹੀ ਅਪਰ ਇੰਗਲਿਸ਼ ਹੈਗੀ, ਲੋਅਰ ਇੰਗਲਿਸ਼ ਹੈ ਤਾਂ ਕਿ ਉੱਥੋਂ ਦੇ ਸਿਸਟਮ ਨੂੰ ਇਹ ਪੜ੍ਹ ਸਕਣ, ਉੱਥੋਂ ਦੀ ਐਜੂਕੇਸ਼ਨ, ਉੱਥੋਂ ਦੇ ਲੈਕਚਰ ਲੈ ਸਕਣ, ਉੱਥੋਂ ਦੀ ਸੋਸਾਇਟੀ ਦੇ ਸਿਸਟਮ ਦੇ ਵਿੱਚ ਫਿੱਟ ਹੋ ਸਕਣ। ਕਮਿਊਨੀਕੇਸ਼ਨ ਸਕਿੱਲਸ ਜਿਹਨੂੰ ਕਹਿੰਦੇ ਆ, ਜਿਹੜੇ ਕਿ ਬਹੁਤ ਹੀ ਜ਼ਰੂਰੀ ਹੁੰਦੇ ਨੇ। ਜੇ ਅਸੀਂ ਇੰਡੀਆ ਦੇ ਵਿੱਚ ਰਹਿੰਦੇ, ਜੇ ਸਾਡੇ ਕੋਲ ਕਮਿਊਨੀਕੇਸ਼ਨ ਸਕਿੱਲਸ ਨਹੀਂ, ਅਸੀਂ ਪੰਜਾਬੀ ਨਹੀਂ ਬੋਲ ਸਕਦੇ, ਪੰਜਾਬ ਦੇ ਵਿੱਚ ਜਾ ਕੇ ਤੇ ਅਸੀਂ ਇੱਕ ਦੂਜੇ ਨਾਲ ਡਾਇਲੋਗ ਨਹੀਂ ਕਰ ਸਕਦੇ, ਇੱਕ ਦੂਜੇ ਨੂੰ ਸਮਝਾ ਨਹੀਂ ਸਕਦੇ, ਤਾਂ ਡੈਫੀਨੇਟਲੀ ਉੱਥੇ ਕਿਤੇ ਨਾ ਕਿਤੇ ਕੋਈ ਨੁਕਸਾਨ ਹੋਏਗਾ, ਕੋਈ ਕੰਮ ਜਿਹੜਾ ਕਰਨਾ ਉਹ ਨਹੀਂ ਹੋਏਗਾ ਪ੍ਰੋਪਰ, ਜਾਂ ਉਹਨੂੰ ਅੰਡਰਸਟੈਂਡ ਨਹੀਂ ਕਰ ਸਕੋਗੇ। ਇਸੇ ਤਰ੍ਹਾਂ ਹੀ ਇੰਗਲਿਸ਼ ਜਿਹੜੇ ਸਟੂਡੈਂਟ ਬਾਹਰ ਜਾਂਦੇ ਉਹਨਾਂ ਲਈ ਜ਼ਰੂਰੀ ਹੈ, ਪਰ ਉਹ ਦੁਕਾਨਦਾਰੀ ਬਣ ਚੁੱਕੀ ਹੈ। ਕਿੰਨੇ ਬੱਚੇ ਅਫੋਰਡ ਕਰ ਸਕਦੇ, ਪੇਰੈਂਟਸ ਕਿੰਨੇ ਨਹੀਂ ਅਫੋਰਡ ਕਰ ਸਕਦੇ। ਫਿਰ ਕੀ ਹੁੰਦਾ, ਇੱਕ ਮੁੰਡੇ ਨੇ ਕਰ ਲਿਆ ਤੇ ਕੁੜੀ ਦੇ ਨਾਲ ਉਹਨੂੰ ਮੁੰਡੇ ਨਾਲ ਫਿੱਟ ਕੀਤੀ ਤੇ ਬਾਹਰ ਗਏ, ਉਹਦੇ ਨਾਲ ਕੀ ਹੁੰਦਾ, ਡਿਵੋਰਸ ਰੇਟ ਹੋ ਰਿਹਾ, ਕੋਰਟ ਕੇਸ ਹੋ ਰਿਹਾ, ਉੱਧਰ ਬੱਚੇ ਦੀ ਜ਼ਿੰਦਗੀ ਦੋਨਾਂ ਦੀ ਬਰਬਾਦ ਹੋਈ, ਇੱਕ ਦੀ ਨਹੀਂ ਹੋਈ। ਉਹ ਕਿੰਨੇ ਬੱਚੇ ਫਿਰ ਉਹਦੇ ਵਿੱਚੋਂ ਕੀ ਕਰਦੇ ਆ, ਐਡਿਕਸ਼ਨ 'ਚ ਚਲੇ ਜਾਂਦੇ ਆ ਜਾਂ ਡਿਪਰੈਸ਼ਨ 'ਚ ਚਲੇ ਜਾਂਦੇ ਨੇ। ਉਹਦੇ ਵਿੱਚੋਂ ਕਿੰਨੇ ਬੱਚੇ ਡਿਸਟਰੈਕਟ ਹੋ ਕੇ ਵਾਇਲੈਂਟ ਹੋ ਕੇ ਜੇਲ੍ਹਾਂ 'ਚ ਵੀ ਬੈਠੇ ਹੁੰਦੇ ਆ ਤੇ ਕਿੰਨੇ ਉਹਦੇ ਵਿੱਚ ਪਰਸੈਂਟੇਜ ਸੁਸਾਈਡਲ ਵੀ ਨਿਕਲਦੇ ਆ। ਜਦੋਂ ਅਸੀਂ ਲੋਕ ਵੱਡੇ ਕਦੇ ਅਸੀਂ ਸੁਣਿਆ ਕੋਈ ਯੰਗ ਬੱਚਾ ਸੁਸਾਈਡ ਕਰ ਰਿਹਾ। ਅੱਜ ਸੁਸਾਈਡਲ ਰੇਟ ਕਿਉਂ ਵਧਿਆ? ਕਿਉਂਕਿ ਸਾਡੀ ਸੁਸਾਇਟੀ ਸਾਡੇ ਬੱਚਿਆਂ ਨੂੰ ਇੰਨਾ ਜਿਹਾ, ਇੱਕ ਤਾਂ ਸਟੈਂਡਰਡ ਆਫ ਲਿਵਿੰਗ, ਕੰਪੀਟੀਸ਼ਨ, ਅਬਰੋਡ ਦਾ ਬੁਖਾਰ, ਕਿਉਂਕਿ ਸਾਡੀ ਆਪਣੀ ਕੰਟਰੀ ਦੇ ਵਿੱਚ ਫਿਊਚਰ ਹੈ ਨਹੀਂ ਹੈ। ਇਹਨਾਂ ਚੀਜ਼ਾਂ ਕਰਕੇ ਹੀ ਇਹ ਚੀਜ਼ਾਂ ਦਾ ਡਰੱਗ ਦਾ ਜਨਮ ਹੋਇਆ। ਜੇ ਕਿਸੇ ਚੀਜ਼ ਦੀ ਕੰਜ਼ੂਮ ਨਹੀਂ ਨਾ ਹੁੰਦੀ, ਕੰਜ਼ੂਮ ਇਨ ਦਾ ਸੈਂਸ ਕੋਈ ਵਿਕਦੀ ਨਹੀਂ ਜਾਂ ਲੈਂਦਾ ਨਹੀਂ, ਉਹ ਚੀਜ਼ ਦੀ ਕਦੀ ਜ਼ਰੂਰਤ ਨਹੀਂ ਪੈਂਦੀ। ਜੇ ਸਾਡੇ ਕੰਟਰੀ ਦੇ ਵਿੱਚ ਇਹ ਚੀਜ਼ਾਂ ਨੂੰ ਕੋਈ ਲੈ ਰਿਹਾ, ਖਪਤ ਹੋ ਰਹੀ ਆ, ਤਾਂ ਹੀ ਇੱਕ ਇਕਨੋਮਿਕਸ ਦਾ ਬੇਸ ਹੈ। ਕੰਜ਼ੂਮ ਜੇ ਹੋਏਗੀ ਤਾਂ ਹੀ ਅੱਗੇ ਡਿਮਾਂਡ ਵਧੇਗੀ। ਜੇ ਕੰਜ਼ੂਮ ਤੇ ਡਿਮਾਂਡ ਦੇ ਗੋ ਟੂਗੈਦਰ ਤਾਂ ਹੀ ਉਹ ਪ੍ਰੋਵਾਈਡਰ ਆਏਗਾ। ਜੇ ਡਿਮਾਂਡ ਹੀ ਨਹੀਂ ਤਾਂ ਪ੍ਰੋਵਾਈਡਰ ਕੀ ਕਰੂਗਾ? ਜੇ ਡਿਮਾਂਡ ਹੈ ਤਾਂ ਪ੍ਰੋਵਾਈਡਰ ਆ ਰਿਹਾ ਨਾ। ਤਾਂ ਜੇ ਸਾਡੇ ਬੱਚੇ ਲੈ ਰਹੇ ਨੇ ਜਾਂ ਕੋਈ ਵੀ ਖਰੀਦ ਰਿਹਾ, ਵੇਚ ਰਿਹਾ ਤੇ ਕਰ ਰਿਹਾ, ਤਾਂ ਹੀ ਸਾਡੇ ਇੱਥੇ ਡਿਮਾਂਡ ਵਧੀ ਹੈ, ਤਾਂ ਹੀ ਕੋਈ ਅੱਗੇ ਸਪਲਾਈ ਕਰ ਰਿਹਾ ਨਾ, ਤਾਂ ਹੀ ਉਹਦਾ ਡਰੱਗ ਦਾ ਬਿਜ਼ਨਸ ਚੱਲ ਰਿਹਾ। ਕਿਉਂ ਨਾ ਅਸੀਂ ਆਪਣੇ ਬੱਚਿਆਂ ਦੇ ਬੇਸ ਨੂੰ ਗਾਈਡ ਕਰੀਏ, ਟੀਚ ਕਰੀਏ, ਤਾਂ ਕਿ ਉਹਨਾਂ ਦਾ ਅੱਗੇ ਆਉਣ ਵਾਲਾ ਭਵਿੱਖ ਨੂੰ ਬਚਾ ਸਕੀਏ। ਜਿਹੜੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਨੇ, ਤਾਂ ਕਿ ਉਹਨੂੰ ਅਸੀਂ ਐਜੂਕੇਸ਼ਨ ਵੇਸ 'ਤੇ ਸਾਇੰਸ ਐਂਡ ਐਜੂਕੇਸ਼ਨ ਨੂੰ ਰਲਾ ਕੇ, ਇਮੋਸ਼ਨਲ ਐਂਡ ਮੋਰਲ ਨੂੰ ਨਾਲ ਰਲਾ ਕੇ ਉਹਨਾਂ ਨੂੰ ਐਜੂਕੇਸ਼ਨ ਬੇਸ 'ਤੇ ਬੱਚਿਆਂ ਨੂੰ ਦਲਦਲ ਦੇ ਵਿੱਚੋਂ ਕੱਢਣ ਦੀ ਟਰਾਈ ਕਰੀਏ। ਮੈਨੂੰ ਲੱਗਦਾ ਇਹ ਨਹੀਂ ਕਿ ਇੱਕ ਦਿਨ ਦਾ, ਸਾਲ 2 ਸਾਲ ਦੇ ਵਿੱਚ ਸਾਡੀ ਜਨਰੇਸ਼ਨ ਕਿਤੇ ਨਾ ਕਿਤੇ ਬਚ ਸਕਦੀ ਹੈ। ਇਹ ਓਵਰਨਾਈਟ ਨਹੀਂ ਚੇਂਜ ਹੋਣ ਵਾਲੀਆਂ ਚੀਜ਼ਾਂ, ਜਾਂ 30 ਦਿਨਾਂ ਦਾ, 90 ਦਿਨਾਂ ਦਾ ਨਹੀਂ। ਜਿਹੜੇ ਬੱਚੇ ਇਸ ਦੇ ਵਿੱਚ ਡਰੱਗਸ 'ਚ ਚਲੇ ਗਏ ਨੇ, ਉਹਨਾਂ ਨੂੰ ਇੱਕ ਪ੍ਰੋਸੈਸ ਹੈ। ਉਹ ਪ੍ਰੋਸੈਸ ਦੇ ਵਿੱਚੋਂ ਦੀ 1 ਸਾਲ ਦਾ ਪ੍ਰੋਸੈਸ ਆ, ਬ੍ਰਿੰਗਿੰਗ ਟੂ ਦ ਨੋਰਮਲ ਪਰਸਨ, ਜਿਹਦੇ ਵਿੱਚ ਇੱਕ ਤੁਸੀਂ ਕਹਿ ਸਕਦੇ ਹੋ ਪਰਸਨ ਨੂੰ ਕਿ ਹਾਂ ਸਮ ਪੁਆਇੰਟ ਕਿ ਉਹ ਕਿਤੇ ਵਾਪਸ ਨਹੀਂ ਜਾਏਗਾ, ਵਾਪਸ ਜਾਣ ਤੋਂ ਪਹਿਲੇ 10 ਵਾਰੀ ਸੋਚੇਗਾ। ਪਰ ਅਸੀਂ ਕਹਿੰਦੇ 90 ਦਿਨਾਂ ਤੋਂ ਬਾਅਦ ਬੱਚੇ ਨੂੰ ਸੁਸਾਇਟੀ 'ਚ ਛੱਡ ਦਿਓ। ਉਹ ਸੁਸਾਇਟੀ ਦੇ ਵਿੱਚ ਜਿਹਦੇ ਵਿੱਚ ਛੱਡਦੇ, ਉਹਦੇ ਵਿੱਚ ਤੁਹਾਡੇ ਡੀਲਰ ਫਿਰ ਦੁਬਾਰਾ ਆ ਜਾਂਦੇ ਨੇ। ਹੀ ਇਜ਼ ਆਲਰੇਡੀ ਵਲਨਰੇਬਲ ਟੂ ਕ੍ਰੇਵਿੰਗ ਫॉर ਦ ਡਰੱਗ। ਵਲਨਰੇਬਲ ਕਿ ਬਹੁਤ ਹੀ ਵੀਕ ਹੈਗਾ, ਬਹੁਤ ਛੇਤੀ ਉਹਨੂੰ ਡਰੱਗ ਦਾ ਸਹਾਰਾ ਲੈ ਸਕਦਾ, ਕਿਉਂਕਿ ਉੱਥੋਂ ਛੱਡ ਕੇ ਇੱਕਦਮ ਬਾਹਰ ਆਏ। ਕਿਤੇ ਇੱਕ ਉਹ ਟ੍ਰੀਟਮੈਂਟ 'ਚ ਰਿਹਾ, ਬਾਹਰਲੀ ਦੁਨੀਆ ਤੋਂ ਬਾਹਰ, ਅੰਦਰ ਬੰਦ ਹੈ। ਜਦੋਂ ਬਾਹਰਲੀ ਦੁਨੀਆ 'ਚ ਆਉਂਦਾ, ਇੱਕ ਮਾਈਂਡ ਸੈੱਟ ਹੈ। ਇੱਥੋਂ ਦੇ ਜਿਹੜੇ ਡਰੱਗ ਰਿਹੈਬ ਨੇ ਇੱਕ ਜੇਲ੍ਹ ਦੀ ਤਰ੍ਹਾਂ ਬਣਾਏ ਹੋਏ ਨੇ, ਉਹਨਾਂ ਦਾ ਕੰਫਰਟ ਲੈਵਲ 0 ਹੈ। ਜਦੋਂ ਕੰਫਰਟ ਲੈਵਲ 0 ਹੈ ਤਾਂ ਉਹਨਾਂ ਨੂੰ ਜੇਲ੍ਹ ਲੱਗਦੀ। ਜੇਲ੍ਹ 'ਚੋਂ ਬਾਹਰ ਆ ਕੇ ਬੱਚੇ ਕੀ ਕਰਦੇ ਆ? ਸਭ ਤੋਂ ਜ਼ਿਆਦਾ ਉਹ ਚੀਜ਼ ਦੇ ਵਿੱਚ ਜਾਂਦੇ ਨੇ ਜਿਸ ਚੀਜ਼ ਤੋਂ ਰੋਕਿਆ ਜਾਂਦਾ ਹੈ। ਇੱਕ ਐਡਿਕਸ਼ਨ ਪਰਸਨ, ਇੱਕ 3 ਈਅਰ ਦਾ ਓਲਡ ਬੱਚੇ ਦੀ ਨੇਚਰ ਸੇਮ ਹੋ ਜਾਂਦੀ ਹੈ। ਜਿਸ ਚੀਜ਼ ਤੋਂ ਤੁਸੀਂ ਉਹਨੂੰ ਰੋਕੋਗੇ ਉਹੀ ਜ਼ਿਆਦਾ ਕਰੇਗਾ। ਜਦੋਂ ਤੱਕ ਉਹਨੂੰ ਉਹਦੇ ਫੈਕਟਸ ਨੈਚੁਰਲ, ਜਿਵੇਂ ਇੱਕ 3 ਸਾਲ ਦੇ ਬੱਚੇ ਨੂੰ ਬੈਠ ਕੇ ਪਿਆਰ ਨਾਲ ਨਹੀਂ ਉਹਦੇ ਲੈਵਲ 'ਤੇ ਜਾ ਕੇ ਨਹੀਂ ਸਮਝਾਉਂਦੇ, ਉਸੇ ਤਰ੍ਹਾਂ ਐਡਿਕਸ਼ਨ ਵਾਲੇ ਬੱਚਿਆਂ ਦੇ ਨਾਲ ਉਹਨਾਂ ਨੂੰ ਬੈਠ ਕੇ, ਉਹਨਾਂ ਦੇ ਲੈਵਲ 'ਤੇ ਬੈਠ ਕੇ, ਉਹਨਾਂ ਦੀ ਗੱਲ ਨੂੰ ਸਮਝ ਕੇ, ਸੁਣ ਕੇ, ਉਹਨਾਂ ਦਾ ਟਰਸਟ ਗੇਨ ਕਰਕੇ ਤੇ ਫਿਰ ਉਹਨਾਂ ਨੂੰ ਐਡਮਿਟ ਕਰਾਉਣਾ ਕਿ ਹਾਂ ਇਹ ਮੈਨੂੰ, ਜਦੋਂ ਤੱਕ ਉਹ ਬੱਚਾ ਨਹੀਂ ਐਡਮਿਟ ਕਰਦਾ ਮੈਨੂੰ ਪ੍ਰੋਬਲਮ ਆ, ਉਦੋਂ ਤੱਕ ਤੁਸੀਂ ਤਾਂ ਕੁਝ ਨਹੀਂ ਕਰ ਸਕਦੇ।
ਤੁਸੀਂ ਉਸ ਬੱਚੇ ਦੀ ਕੋਈ ਵੀ ਚੀਜ਼ ਨੂੰ ਚੇਂਜ ਨਹੀਂ ਕਰ ਸਕਦੇ। ਇਹ ਇੱਕ ਹਿਊਮਨ ਨੇਚਰ ਹੈ। ਹਿਊਮਨ ਨੇਚਰ ਦੇ ਵਿੱਚ ਬਹੁਤ ਹੀ ਸਟਰੋਂਗ ਚੀਜ਼ ਹੈ। ਜਦੋਂ ਤੱਕ ਅਸੀਂ ਇਹ ਐਡਮਿਟ ਨਹੀਂ ਕਰਦੇ ਕਿ ਆਹ ਚੀਜ਼ ਮੈਂ ਬਦਲਣੀ ਹੈ, ਮੇਰੀ ਚੀਜ਼ 'ਚ ਗਲਤ ਹੈ ਜਾਂ ਇਹ ਚੰਗੀ ਹੈ, ਮੈਂ ਇਹ ਚੀਜ਼ ਗੇਨ ਕਰਨੀ, ਉਦੋਂ ਤੱਕ ਤੁਸੀਂ ਕੁਝ ਨਹੀਂ ਬਦਲ ਸਕਦੇ। ਉਦੋਂ ਤੱਕ ਉਹਨੂੰ ਕਹਿੰਦੇ ਡਿਨਾਇਲ। ਤੁਸੀਂ ਕਹੀ ਜਾਣਾ ਤੈਨੂੰ ਇਹ ਪ੍ਰੋਬਲਮ ਹੈਗੀ, ਉਹਨੇ ਕਹਿਣਾ ਮੈਨੂੰ ਨਹੀਂ ਹੈਗੀ, ਉਹਨੂੰ ਕਹਿੰਦੇ ਡਿਨਾਇਲ। ਉਹ ਡਿਨਾਇਲ ਦੇ ਵਿੱਚ ਤੁਸੀਂ ਉਹਨੂੰ ਧੱਕੇ ਦੇ ਨਾਲ, ਜ਼ੋਰ ਨਾਲ, ਕਾਨੂੰਨੀ ਤੌਰ 'ਤੇ ਡੰਡੇ ਦੇ ਜ਼ੋਰ ਨਾਲ ਜੋ ਮਰਜ਼ੀ ਕਰ ਲਓ, ਨਹੀਂ। ਬੰਦੇ ਦੀ ਰਾਖੀ ਨਹੀਂ ਤੁਸੀਂ ਕਰ ਸਕਦੇ, ਜਾਨਵਰ ਦੀ ਕਰ ਸਕਦੇ ਹੋ। ਬੰਦੇ ਦੀ ਰਾਖੀ ਕਰਨਾ, ਬੰਦੇ ਨੂੰ ਬੰਦੇ ਦੀ ਰਾਖੀ ਆਪਣੀ ਆਪ ਕਰਨੀ ਚਾਹੀਦੀ ਹੈ। ਉਹਨੂੰ ਇਸ ਦੇ ਕਾਬਿਲ ਬਣਾ ਦਿਓ ਬੰਦੇ ਨੂੰ ਕਿ ਇਨਸਾਨ ਨੂੰ ਇਨਸਾਨ ਬਣਾ ਕੇ ਉਹਦੇ ਕਾਬਿਲ ਬਣਾ ਦਿਓ ਤਾਂ ਕਿ ਉਹ ਆਪਣੀ ਰਾਖੀ ਆਪ ਕਰ ਸਕੇ। ਜਦੋਂ ਅਸੀਂ ਜੜ੍ਹਾਂ ਮਜ਼ਬੂਤ ਕਰਦੇ ਨੇ, ਕਦੇ ਵੀ ਪੇੜ ਗਿਰੇਗਾ ਨਹੀਂ। ਜੜ੍ਹਾਂ ਸਾਡੇ ਬੱਚਿਆਂ ਦੀਆਂ ਵੀਕ ਨੇ। ਜਦੋਂ ਅਸੀਂ ਉਹਨੂੰ ਇੰਨਾ ਮਜ਼ਬੂਤ ਕਰ ਦਈਏ ਤਾਂ ਕਿ ਉਹ ਆਪਣੇ ਆਪ 'ਚ ਆਪਣੀ ਸੇਫਟੀ ਆਪ ਕਰ ਸਕੇ, ਆਪਣੀ ਐਡਿਕਸ਼ਨ ਨੂੰ ਚਲੋ ਮੰਨ ਲੈ ਐਡਿਕਸ਼ਨ ਹੋ ਗਈ ਹੈ, ਰੋਂਗ ਪੈਥ 'ਤੇ ਚਲਾ ਗਿਆ, ਲੇਕਿਨ ਉਹਨੂੰ ਇੰਟਰੋਡਿਊਸ ਤੇ ਕਰਾਓ ਕਿ ਹਾਂ ਬੱਚਾ ਤੈਨੂੰ ਇਹ ਗੱਲ ਦੀ ਐਡਿਕਸ਼ਨ ਆ, ਇਹ ਤੈਂ ਹੁਣ ਰਿਜ਼ੋਲਵ ਕਰਨੀ, ਤੈਨੂੰ ਕਿਉਰ ਕਰਨਾ। ਜਦੋਂ ਇੱਕ ਬੱਚੇ ਨੂੰ ਪਤਾ ਮੈਨੂੰ ਕੈਂਸਰ ਆ, ਦੌੜ ਦੌੜ ਕੇ ਦਵਾਈ ਲੈਂਦਾ ਕਿਉਂਕਿ ਉਹਨੂੰ ਪਤਾ ਮੈਂ ਕੈਂਸਰ ਨਾਲ ਮਰ ਜਾਣਾ, ਕਿਉਂਕਿ ਉਹਨੇ ਐਡਮਿਟ ਕਰ ਲਿਆ ਨਾ ਮੈਨੂੰ ਕੈਂਸਰ, ਮੈਂ ਦਵਾਈ ਲੈਣੀ ਹੈ, ਮੈਨੂੰ ਬੁਖਾਰ ਹੈ, ਮੈਂ ਦਵਾਈ ਲੈਣੀ ਹੈ। ਜਦੋਂ ਅਸੀਂ ਇੱਕ ਬੱਚੇ ਨੂੰ ਇੰਟਰੋਡਿਊਸ ਨਹੀਂ ਕੀਤਾ ਕਿ ਤੈਨੂੰ ਐਡਿਕਸ਼ਨ ਹੈਗੀ ਹੈ, ਤੇ ਉਹ ਦਵਾਈ ਕਿਉਂ ਲਏਗਾ? ਤੁਸੀਂ ਉਹਨੂੰ ਜ਼ੋਰ ਜ਼ਬਰਦਸਤੀ ਧੱਕੇ ਨਾਲ ਦਿਓਗੇ, ਅੰਦਰ ਬੰਨੋਗੇ, ਉਹ ਨਹੀਂ ਕਰੇਗਾ। ਦੁਨੀਆ ਦੀ ਕੋਈ ਵੀ ਤਾਕਤ ਲਾ ਦਿਓ, ਬੱਚਾ ਕਦੀ ਵੀ ਅਡਲਟ ਹੋਵੇ ਜਾਂ ਬੱਚਾ ਹੋਵੇ, ਕਦੀ ਵੀ ਮੇਲ ਐਂਡ ਫੀਮੇਲ ਕਦੀ ਕਿਉਰ ਨਹੀਂ ਹੋਣਗੇ, ਚਾਹੇ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਹੈ। ਚਾਹੇ ਇੱਕ ਲੇਡੀ ਨੂੰ ਚੁਗਲੀਆਂ ਕਰਨ ਦੀ ਵੀ ਐਡਿਕਸ਼ਨ ਹੋਵੇ, ਇਹ ਵੀ ਇੱਕ ਐਡਿਕਸ਼ਨ ਹੁੰਦੀ ਹੈ। ਮੇਲ ਐਂਡ ਫੀਮੇਲ, ਸੌਰੀ ਟੂ ਸੇ ਲੇਡੀ, ਮੇਲ, ਅੱਜ ਕੱਲ੍ਹ ਬੰਦਿਆਂ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਨੇ, ਪਰ ਕਦੇ ਵੀ ਸਾਡੀ ਸੁਸਾਇਟੀ ਨੇ ਉਹਨਾਂ ਨੂੰ ਅਪ ਫਰੰਟ ਨਹੀਂ ਕੀਤਾ। ਜਦੋਂ ਤੱਕ ਉਹ ਗੱਲਾਂ ਇੱਧਰ ਦੀ ਗੱਲ ਉੱਧਰ ਕਰਨੀ, ਉੱਧਰ ਦੀ ਗੱਲ ਇੱਧਰ ਕਰਨੀ, ਜਦੋਂ ਤੱਕ ਉਹ ਬੰਦਾ ਰਿਅਲਾਈਜ਼ ਨਹੀਂ ਨਾ ਕਰਦਾ ਕਿ ਮੈਂ ਰੋਂਗ ਹੈ, ਤੇ ਉਹ ਬੰਦਾ ਉਸ ਚੀਜ਼ ਨੂੰ ਵੀ ਨਹੀਂ ਚੇਂਜ ਕਰੇਗਾ। ਇਸੇ ਤਰ੍ਹਾਂ ਐਡਿਕਸ਼ਨ ਵੀ ਇੱਕ ਚੀਜ਼ ਹੈ ਜਿਹੜੀ ਐਡਮਿਟਿੰਗ ਟੂ ਦ ਸਿਚੁਏਸ਼ਨ, ਐਡਮਿਟ ਟੂ ਯੂਰ ਵੀਕਨੈਸ, ਐਡਮਿਟ ਟੂ ਯੂਰ ਐਡਿਕਸ਼ਨ ਨੂੰ, ਐਡਮਿਟ ਯੂਰ ਹੈਬਿਟ। ਜਿਹੜੀਆਂ ਹੈਬਿਟ ਨੂੰ ਅਸੀਂ ਐਡਮਿਟ ਨਹੀਂ ਨਾ ਕਰਦੇ ਜਾਂ ਕਰਵਾਉਂਦੇ ਨਹੀਂ ਹੈ, ਉਹਦੇ ਨਾਲ ਡਾਇਲੋਗ ਨਹੀਂ ਕਰਦੇ, ਉਹਨੂੰ ਅੰਡਰਸਟੈਂਡ ਨਹੀਂ ਕਰਦੇ, ਉਹਨੂੰ ਉਸ ਚੀਜ਼ ਦੀ ਰਿਅਲਾਈਜੇਸ਼ਨ ਨਹੀਂ ਕਰਵਾਉਂਦੇ, ਤਾਂ ਉਹ ਕਿਉਰ ਕਿਵੇਂ ਹੋਏਗੀ? ਰਿਅਲਾਈਜੇਸ਼ਨ ਇਜ਼ ਦ ਨੰਬਰ 1 ਕੀ ਟੂ ਕਿਉਰ ਐਨੀਥਿੰਗ। ਆਈ ਰੀਅਲੀ ਅਪਰੀਸ਼ੀਏਟ ਤੁਹਾਡਾ ਸਾਰਿਆਂ ਦਾ ਟਾਈਮ। ਥੈਂਕ ਯੂ ਸੋ ਮਚ। ਐਂਡ ਨੈਕਸਟ ਟਾਈਮ ਮੈਂ ਤੁਹਾਨੂੰ ਫਿਰ ਮਿਲਦੀ ਹਾਂ ਨਵੇਂ ਟੌਪਿਕ ਦੇ ਨਾਲ। ਜੇ ਕੋਈ ਚੰਨੀ ਮੈਂ ਕਿਹਾ ਗਿਆ ਹੋਵੇ ਆਪਣੇ ਐਕਸਪੀਰੀਅੰਸ ਤੋਂ ਉੱਪਰ, ਅਗੇਨ ਤੁਹਾਡੀ ਆਪਣੀ ਰਾਣੀ ਮਹਾਲ, ਪਲੀਜ਼ ਤੁਸੀਂ ਆਪ ਹੀ ਮਾफ़ ਕਰਨ ਵਾਲੇ ਹੋ।